ਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਹੀਂ ਕੁਲ ਤੇ ਪ੍ਰਗਟ ਹੋਏ, ਤਾਹੀਂ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ, ਮੇਰੀ ਹੈ ਪ੍ਰਣਾਮ। ਜਗ ਰੀਤ ਅਨਿਦ ਵਿਪਰੀਤ ਬੜੀ, ਨੈ ਹੋਤ ਧਰਮ ਕੇਰ ਕਹਾਣੀ। ਜਗ ਲੂਟਣ ਕੂਟਣ ਮਾਰ ਮਚੀ, ਤਬ ਹੱਕ ਬੇਹੱਕ ਕੀ ਕੌਣ ਬਖਾਨੀ। ਧਰਮੰਗ ਤਨ ਪੰਖ ਲਗਾ ਉਡਿਓ, ਜਨ ਸਿੰਧ ਕੇ ਬੀਚ ਤਸਿਓ ਡਰ ਮਾਨੀ। ਉਮੰਡਿਓ ਅਤ ਕੂਰ ਸੁਪੂਰ ਗਇਓ ਚਿਤ, ਚਿਤ ਬਰੇਤ ਉਲਟ ਚਲਾਨੀ। ਪਰਮ ਸਤਿਕਾਰਯੋਗ ਹਾਜ਼ਰੀਨ ਸਾਧ ਸੰਗਤ ਜੀ, ਇਸ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਦਾਸ ਦੀ ਹਾਜ਼ਰੀ ਪ੍ਰਵਾਨ ਕਰਨ ਦੇ ਵਾਸਤੇ ਸਭ ਮਾਈ ਭਾਈ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਸ੍ਰੀ ਸਤਿਗੁਰੂ ਰਾਮ ਸੱਚੇ ਪਾਤਸ਼ਾਹ। ਆਪ ਵਡਭਾਗੇ ਹੋ ਜੋ ਕਿ ਦੂਰ ਨੇੜੇ ਤੋਂ ਆਪਣੀ ਸਾਰੀ ਦਿਹਾੜੀ ਦੀ ਥਕਾਵਟ ਦੀ ਨਾ ਪ੍ਰਵਾਹ ਕਰਦੇ ਹੋਏ ਗੁਰਸਿੱਖੀ ਜੀਵਨ ਦਾ, ਪ੍ਰੇਮ ਤੇ ਪਿਆਰ ਦਾ ਸਬੂਤ ਦਿੰਦੇ ਹੋਏ ਇਸ ਸਮੇਂ ਨੂੰ, ਇਹਨਾਂ ਸਵਾਸਾਂ ਨੂੰ, ਇਸ ਸੰਸਾਰਿਕ ਜੀਵਨ ਯਾਤਰਾ ਨੂੰ, ਇਹਨਾਂ ਕਲਯੁਗ ਦੀਆਂ ਘੋਰ ਭਿਆਨਕ ਘੜੀਆਂ ਨੂੰ ਸਫਲ ਕਰਨ ਦੇ ਵਾਸਤੇ ਸਾਧ ਸੰਗਤ ਦੇ ਰੂਪ 'ਚ ਬੈਠ ਕੇ ਸਾਧ ਸੰਗਤ ਦੇ ਦਰਸ਼ਨ, ਨਾਮ ਸਿਮਰਨ ਦੀ ਪ੍ਰਾਪਤੀ, ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਇਹਨਾਂ ਮਨੁੱਖੀ ਮਨਾਂ ਨੂੰ ਗਿਆਨ ਦੀ ਪ੍ਰਾਪਤੀ ਕਰਕੇ ਸਫਲ ਹੋਣ ਦੇ ਵਾਸਤੇ ਗੁਰਬਾਣੀ, ਗੁਰੂ ਉਪਦੇਸ਼, ਗੁਰ ਇਤਿਹਾਸ ਤੇ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਜਿਹੜਾ ਕਿ ਆਪ ਸੱਜਣ ਗੁਰਬਾਣੀ, ਸਤਸੰਗ, ਨਾਮ ਨਾਲ ਪਿਆਰ ਕਰਦੇ ਹੋਏ ਇਸ ਨਾਮ ਦਾ ਅਭਿਆਸ ਕਰਦੇ ਹੋ, ਹਜ਼ੂਰ ਪਾਤਸ਼ਾਹ ਅਥਵਾ ਸ਼ਾਸਤਰ ਵੇਦ, ਇਹਦੀ ਕਿਤਨੀ ਕੁ ਮਹਾਨਤਾ ਹੈ, ਕਿਤਨਾ ਕੁ ਜ਼ਰੂਰੀ ਹੈ। ਕਹਿੰਦੇ ਨੇ, ਜਤ ਬਿਨ ਜੋਗੀ ਅਫਲ, ਅਫਲ ਭੋਗੇ ਬਿਨ ਮਾਇਆ। ਜਲ ਬਿਨ ਸਰਵਰ ਅਫਲ, ਅਫਲ ਤਰਵਰ ਬਿਨ ਛਾਇਆ। ਸਸ ਬਿਨ ਰਜਨੀ ਅਫਲ, ਅਫਲ ਦੀਪਕ ਬਿਨ ਮੰਦਰ। ਨਰ ਬਿਨ ਨਾਰੀ ਅਫਲ, ਅਫਲ ਗੁਣ ਬਿਨ ਸਭ ਸੁੰਦਰ। ਨਾਰਾਇਣ ਕੇ ਨਾਮ ਬਿਨ ਰਾਜਾ ਪ੍ਰਜਾ ਅਫਲ। ਤਤ ਬੇਤਾ ਤਿਹ ਲੋਕ ਮੈਂ ਨਾਮ ਜਪੈ ਤੇ ਨਰ ਸਫਲ। ਮਹਾਤਮਾ ਕਹਿੰਦੇ ਨੇ, ਜਤ ਬਿਨ ਜੋਗੀ ਅਫਲ। ਜੋਗੀ ਬਣ ਗਿਆ, ਸਾਧੂ ਬਣ ਗਿਆ, ਸੰਸਾਰ ਦਾ ਤਿਆਗ ਕਰ ਦਿੱਤਾ, ਜਾਤ ਨਹੀਂ ਰੱਖਿਆ, ਸਾਧ ਸੰਗਤ 'ਚ ਬ੍ਰਹਮਚਰਜ ਨਹੀਂ ਰੱਖਿਆ, ਅਫਲ ਹੈ, ਕਿਸੇ ਵੀ ਕੰਮ ਨਹੀਂ ਗੁਰੂ ਦੇ ਪਿਆਰੇ ਹੋ। ਸ਼ਾਸਤਰ ਕਹਿੰਦਾ ਪਿਆ ਸਾਧ ਸੰਗਤ 'ਚ, ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਾਏ ਘਰ ਬਾਰ। ਸਾਧ ਸੰਗਤ 'ਚ ਜੇ ਆਪਣੇ ਆਪ ਨੂੰ, ਆਪਣੀਆਂ ਇੰਦਰੀਆਂ ਨੂੰ, ਆਪਣੇ ਸਰੀਰ ਨੂੰ ਆਪਣੇ ਕੰਟਰੋਲ 'ਚ ਨਹੀਂ ਕੀਤਾ, ਅਫਲ ਹੈ, ਕਿਸੇ ਵੀ ਕੰਮ ਨਹੀਂ। ਸਾਧ ਸੰਗਤ 'ਚ ਜਤ ਬਿਨ ਜੋਗੀ ਅਫਲ, ਅਫਲ ਭੋਗੇ ਬਿਨ ਮਾਇਆ। ਪਰਮੇਸ਼ਰ ਨੇ ਮਾਇਆ ਦਿੱਤੀ ਹੈ ਸਾਧ ਸੰਗਤ 'ਚ, ਇਹਦੇ ਕੋਲ ਸੁੱਖ ਨਹੀਂ ਲੈਂਦਾ ਪਿਆ ਗੁਰੂ ਦੇ ਪੈਰ, ਉਹ ਵੀ ਕਿਸੇ ਕੰਮ ਨਹੀਂ। ਸਾਧ ਸੰਗਤ 'ਚ ਅਫਲ ਹੈ। ਇੱਕ ਸੰਸਾਰ ਤੇ ਉਹ ਮਨੁੱਖ ਨੇ ਜਿਹੜੇ ਇਸ ਮਾਇਆ ਨੂੰ ਆਪਣੀ ਮਾਂ ਦੇ ਵਾਂਗ ਸਤਿਕਾਰ ਨਾਲ ਰੱਖਦੇ ਨੇ। ਸਾਧ ਸੰਗਤ 'ਚ ਜਿਵੇਂ ਮਾਂ ਦਾ ਸਤਿਕਾਰ ਕਰੀਦਾ, ਇੱਕ ਉਹ ਪੁਰਸ਼ ਨੇ ਸੰਸਾਰ ਦੇ ਵਿੱਚ
ਜਿਹੜੇ ਇਸ ਮਾਇਆ ਨੂੰ ਆਪਣੀ ਔਰਤ ਕੋਲ, ਜਿਵੇਂ ਆਪਾਂ ਔਰਤ ਕੋਲ ਕੰਮ ਲੈਂਦੇ, ਉਸ ਮਾਇਆ ਕੋਲ ਕੰਮ ਲੈਂਦੇ, ਸੁਖ ਲੈਂਦੇ ਨੇ ਸਾਧ ਸੰਗਤ 'ਚ। ਹਰੇਕ ਪ੍ਰਕਾਰ ਦਾ ਜਿਵੇਂ ਮਨੁੱਖ ਆਪਣੀ ਔਰਤ ਦੇ ਕੋਲੋਂ ਸੁਖ ਲੈਣ ਦਾ ਯਤਨ ਕਰਦਾ ਹੈ, ਇਸੇ ਤਰ੍ਹਾਂ ਜੇ ਪਰਮੇਸ਼ਰ ਨੇ ਉਹਨਾਂ ਨੂੰ ਮਾਇਆ ਦਿੱਤੀ ਹੈ ਤੇ ਉਹ ਸੁਖ ਲੈਂਦੇ ਨੇ ਸਾਧ ਸੰਗਤ 'ਚ, ਸੁਖ ਲੈਂਦੇ ਨੇ ਗੁਰੂ ਦੇ ਪਿਆਰੇ। ਜੇ ਇਸ ਮਾਇਆ ਦੇ ਕੋਲੋਂ ਆਪਾਂ ਸੁਖ ਨਹੀਂ ਲੈਂਦੇ, ਇਹ ਕਿੰਨਾ ਚਿਰ ਮਾਇਆ, ਕਿੰਨਾ ਚਿਰ ਸਾਧ ਸੰਗਤ 'ਚ, ਜਿੰਨਾ ਚਿਰ ਆਪਾਂ ਸ਼ਮਸ਼ਾਨ ਭੂਮੀ 'ਚ ਇਹਦੇ ਪ੍ਰਾਣ ਨਹੀਂ ਅੰਤ ਹੁੰਦੇ, ਬਸ ਉਹਨਾਂ ਚਿਰ, ਬਾਕੀ ਬਗਾਨੀ ਹੋ ਜਾਂਦੀ ਹੈ ਸਾਧ ਸੰਗਤ 'ਚ, ਸਭ ਬਗਾਨੀ ਹੈ ਗੁਰੂ ਦੇ ਪਿਆਰੇ। ਇਸ ਵਾਸਤੇ ਜੇ ਇਸ ਮਾਇਆ ਦੀ ਪ੍ਰਾਪਤੀ ਕਰਕੇ ਆਪਾਂ ਦਾਨ ਪੁੰਨ ਕਰਮ ਧਰਮ ਨਹੀਂ ਕੋਈ ਕਰਦੇ, ਉਹ ਫਲ ਹੈ ਕਿਸੇ ਕੰਮ ਨਹੀਂ। ਇੱਕ ਗ੍ਰੰਥ ਦੇ ਵਿੱਚ ਇੱਕ ਪ੍ਰਮਾਣ ਦਿੱਤਾ ਹੈ, ਇੱਕ ਸ਼ਾਹੂਕਾਰ, ਉਸਨੇ ਸਾਰੀ ਉਮਰ ਬਹੁਤ ਮਿਹਨਤ ਕੀਤੀ, ਬਹੁਤ ਕਮਾਈ ਕੀਤੀ, ਬਹੁਤ ਮਾਇਆ ਇਕੱਠੀ ਕੀਤੀ ਸਾਧ ਸੰਗਤ 'ਚ, ਆਪਣੇ ਪੇਟ ਤੋਂ, ਆਪਣੇ ਬੱਚਿਆਂ ਤੋਂ, ਦਾਨ ਪੁੰਨ ਕਰਮ ਧਰਮ ਪਾਠ ਪੂਜਾ ਤੋਂ ਸਭ ਬਚਾ ਕੇ ਰੱਖਿਆ, ਇਕੱਠੀ ਕਰ ਲਓ ਸਾਧ ਸੰਗਤ 'ਚ, ਕਰੀ ਗਿਆ। ਜਦੋਂ ਸਰੀਰ ਨੇ ਕੰਮ ਨਾ ਦਿੱਤਾ, ਮੰਜੇ ਤੇ ਪੈ ਗਿਆ, ਤਾਂ ਉਸ ਮਾਇਆ ਨੂੰ ਨਾ ਆਪਣੇ ਮੰਜੇ ਥੱਲੇ ਦੱਬ ਛੱਡਿਆ, ਉੱਥੇ ਦੱਬ ਦਿੱਤਾ ਸਾਧ ਸੰਗਤ 'ਚ। ਸਮਾਂ ਬਤੀਤ ਹੁੰਦਾ ਗਿਆ, ਮਿਥਿਅੰਤ ਦੇਹੰ, ਇਹ ਵੇਖਣ ਵਿੱਚ ਨਹੀਂ ਜਾਪਦਾ ਵੀ ਗੱਲ ਸੱਚੀ ਹੈ, ਪਰ ਆਪਾਂ ਨੇ ਮਰਨਾ ਸੰਸਾਰ ਤੋਂ ਸਾਧ ਸੰਗਤ 'ਚ। ਵੇਖਣ ਜਾ ਜਿਹੜੀ ਆਪਾਂ ਪਕਿਆਈਆਂ ਆਪਣੇ ਕਰਨੇ ਆ ਪਏ, ਆਪਣੀਆਂ ਮਨਿਆਦਾਂ ਇੰਨੀਆਂ ਪੱਕੀਆਂ ਕਰਨੇ ਆ ਪਏ, ਮਰਨ ਵਾਸਤੇ ਕਰਨੇ ਆ ਪਏ, ਪਰ ਮਰਨਾ ਆਪਾਂ ਨੇ ਸਾਧ ਸੰਗਤ 'ਚ। ਇਹ ਆਪਾਂ ਨੂੰ ਭੁੱਲ ਗਿਆ ਗੁਰੂ ਦੇ ਪਿਆਰਿਓ। ਮਿਥਿਅੰਤ ਦੇਹੰ ਖਿਨੰਤ ਬਲਨੰ, ਇਹ ਜਿਹੜਾ ਬਾਲ ਹੈ, ਤਾਕਤ ਹੈ, ਇਹ ਦਿਨੋਂ ਦਿਨ ਘਟਦਾ ਪਿਆ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉ ਪਾਨੀ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਗਿਆਨਾ, ਝੂਠਾ ਲਾਲਚ ਲਾ ਕੇ ਨਾ ਮਰਨ ਪਛਾਨਾ। ਗੁਰੂ ਤੇਗ ਬਹਾਦਰ ਸੱਚੇ ਕਿ ਅਜਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ ਸਾਧ ਸੰਗਤ 'ਚ। ਮਨੁੱਖ ਫੇਰ ਹੀ ਨਹੀਂ ਸਮਝਦਾ ਗੁਰੂ ਦੇ ਪਿਆਰੇ, ਫੇਰ ਨਹੀਂ ਸਮਝਦਾ ਸਾਧ ਸੰਗਤ 'ਚ। ਸਮਾਂ ਆ ਗਿਆ, ਭਗਵਾਨ ਨੇ ਦੂਤ ਭੇਜ ਦਿੱਤੇ ਸਾਧ ਸੰਗਤ 'ਚ, ਜਾਓ ਜਾ ਕੇ ਸ਼ੌਕਰ ਨੂੰ ਲੈ ਕੇ ਜਾਓ। ਜਮਦੂਤ ਸਾਹਮਣੇ ਆ, ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਅਸੀਂ ਭਗਵਾਨ ਦੇ ਭੇਜੇ ਜਮਦੂਤ ਆ। ਇਹ ਕਿਸ ਤਰ੍ਹਾਂ ਆਏ ਹੋ? ਤੈਨੂੰ ਲੈਣ ਵਾਸਤੇ ਆਏ ਆ। ਕਹਿੰਦਾ ਕਿਤਨੇ ਕਮਾਲ ਦੀ ਗੱਲ ਹੈ। ਕਹਿੰਦਾ ਫਿਰ ਇਸ ਤਰ੍ਹਾਂ ਕਰੋ, ਮੇਰੇ ਕੋਲ ਧਨ ਬੜਾ ਹੈ, ਅੱਧਾ ਧਨ ਮੇਰੇ ਕੋਲ ਲੈ ਲਓ, ਤੁਸੀਂ ਜਾਓ। ਕੀ ਕਰਨਾ ਜੇ ਮੇਰੇ ਕੋਲ? ਕਹਿੰਦੇ ਨੇ ਸੇਠ ਜੀ, ਜੇ ਅਸੀਂ ਧਨ ਲੈ ਕੇ ਛੱਡਣ ਲੱਗੀਏ ਨਾ ਤਾਂ ਫਿਰ ਤੇ ਬਹੁਤ ਬਹੁਤ ਧਨ ਹੈ ਸੰਸਾਰ ਦੇ ਲੋਕਾਂ ਕੋਲ ਸਾਧ ਸੰਗਤ 'ਚ। ਕਹਿੰਦਾ ਫਿਰ ਇਸ ਤਰ੍ਹਾਂ ਕਰੋ, ਸਾਰੇ ਲੈ ਲਓ, ਨਾ ਦਾ ਇੱਦਾਂ ਦੀ ਤੁਹਾਨੂੰ ਸਾਰੇ ਲੈ ਲਓ। ਫਿਰ ਕਹਿੰਦੇ ਗੱਲ ਬਣਨੀ ਨਹੀਂ, ਆਹ ਤੈਨੂੰ ਹੀ ਲੈ ਕੇ ਜਾਣਾ। ਕਹਿੰਦਾ ਫਿਰ ਇਸ ਤਰ੍ਹਾਂ ਕਰੋ, 2 ਮਿੰਟ ਮੈਨੂੰ ਦੇ ਦਿਓ, ਫਿਰ ਇਹ ਗੱਲ ਮੰਨ ਲੈਂਦੇ ਆ। ਹੁਣ ਮਾਇਆ, ਉਹ ਸੇਠ ਜਿਹੜਾ ਸੀ ਨਾ, ਉਹ ਜਿਹੜੀ ਮੰਜੇ ਦੇ ਹੇਠਾਂ ਮਾਇਆ ਦੱਬੀ ਸੀ ਨਾ, ਉਹਦੇ ਨਾਲ ਗੱਲ ਕਰਦਾ ਇੱਕ ਸਾਧ ਸੰਗਤ 'ਚ। ਉਹਦੇ ਨਾਲ ਗੱਲ ਕਰਨ ਲੱਗਾ, ਕਹਿੰਦਾ ਮਾਇਆ ਨਾ ਮਿੱਤਰ ਆਇਣਾ ਨਾ ਤੀਰਥ ਆਇਣਾ, ਨਾ ਸਾਧੂ ਸੇਵਕ ਰਬਿਆ, ਤਟਵਾਏ ਨਾ ਤੀਰਥ ਕੀਏ, ਅਥਿਤ ਅਰਥ ਨਾ ਦਿੱਤੀਆ। ਅੱਗੋਂ ਆਵਾਜ਼ ਆਈ ਸਾਧ ਸੰਗਤ 'ਚ, ਕਹਿੰਦਾ ਮਾਇਆ ਮੈਂ ਤੈਨੂੰ ਆਪਣੇ ਪੇਟ ਤੋਂ ਬਚਾ ਕੇ, ਆਪਣੇ ਬੱਚਿਆਂ ਦੇ ਪੇਟ ਤੋਂ ਬਚਾ ਕੇ, ਉਹਨਾਂ ਨੂੰ ਨਹੀਂ ਖਾਣ ਨੂੰ ਪਹਿਨਣ ਨੂੰ ਚੰਗਾ ਅੱਛਾ ਦਿੱਤਾ, ਰਿਸ਼ਤੇਦਾਰਾਂ ਭੈਣ ਭਰਾਵਾਂ ਤੋਂ ਬਚਾ ਕੇ, ਸਾਧੂ ਮਹਾਤਮਾ ਸੰਤ ਧਰਮ ਤੋਂ ਬਚਾ ਕੇ ਤੈਨੂੰ ਮੈਂ ਬਹੁਤ ਪਿਆਰ ਨਾਲ ਰੱਖਿਆ, ਤੇ ਹੁਣ ਆਖਰੀ ਸਮਾਂ ਆ ਗਿਆ, ਮੇਰੀ ਸਹਾਇਤਾ ਤੇ ਕਰਨਾ ਕੁਛ। ਤੈਨੂੰ ਮੈਂ ਸਾਰੇ ਦਿਹਾੜੀ ਸੰਭਾਲ ਕੇ ਰੱਖਿਆ, ਬਚਾ ਕੇ ਰੱਖਿਆ। ਉਹ ਮਾਇਆ ਚੋਂ ਆਵਾਜ਼ ਆਈ, ਧਰਤੀ ਚੋਂ ਆਵਾਜ਼ ਆਈ, ਐ ਸਹੁਕਾਰ ਨਾ ਮਿੱਤਰ ਆਏ ਨਾ। ਉਹ ਤੂੰ ਕਿਸੇ ਮਿੱਤਰ ਦੀ ਸਹਾਇਤਾ ਨਹੀਂ ਕੀਤੀ ਸਾਧ ਸੰਗਤ 'ਚ। ਤੇਰੇ ਸਾਹਮਣੇ ਭਾਵੇਂ ਕੋਈ ਰਿਸ਼ਤੇਦਾਰ ਸੀ, ਦੁਖੀ ਸੀ, ਤੂੰ ਕਿਸੇ ਦੀ ਸਹਾਇਤਾ ਨਹੀਂ ਕੀਤੀ। ਨਾ ਤੀਰਥ ਆਏ ਨਾ ਤੂੰ ਸਾਰਿਆਂ ਅਗਰ ਤੀਰਥ ਯਾਤਰਾ ਕੀਤੀ ਕੋਈ ਸਾਧ ਸੰਗਤ 'ਚ, ਨਾ ਕੋਈ ਖੂਹ ਲਵਾਇਆ, ਨਾ ਕੋਈ ਤਟ ਲਵਾਇਆ, ਨਾ ਕੋਈ ਪਾਣੀ ਦਾ ਸਾਧਨ ਕੀਤਾ, ਕੁਛ ਨਹੀਂ ਕੀਤਾ। ਨਾ ਕਿਸੇ ਸਾਧੂ ਸੰਤ ਮਹਾਤਮਾ ਨੂੰ ਦਿੱਤਾ, ਨਾ ਕਿਸੇ ਅਥਿਤੀ ਸਾਧੂ ਦੀ ਤੂੰ ਸੇਵਾ ਕੀਤੀ ਹੈ। ਐ ਸ਼ਾਹੂਕਾਰ, ਜਿਸ ਤਰ੍ਹਾਂ ਤੂੰ ਮੈਨੂੰ ਧਰਤੀ 'ਚ ਦੱਬ ਕੇ ਰੱਖਿਆ, ਮੈਂ ਤੈਨੂੰ ਨਰਕਾਂ 'ਚ ਜਾ ਕੇ ਦੱਬਾਂਗੀ ਸਾਧ ਸੰਗਤ 'ਚ। ਸੁਣਦੇ ਸਾਰੇ ਪ੍ਰਾਣ ਨਿਕਲ ਗਏ ਗੁਰੂ ਦੇ ਪਿਆਰੇ। ਇਸ ਵਾਸਤੇ ਮਹਾਤਮਾ ਕਹਿੰਦੇ ਨੇ, ਜਤ ਬਿਨ ਜੋਗੀ ਅਫਲ ਭੋਗੇ ਬਿਨ ਮਾਇਆ। ਜੇ ਭਗਵਾਨ ਨੇ ਮਾਇਆ ਦਿੱਤੀ ਹੈ, ਇਹਦੇ ਕੋਲ ਸੁੱਖ ਨਹੀਂ ਲੈਂਦਾ ਪਿਆ, ਉਹ ਵੀ ਅਫਲ ਹੈ, ਕਿਸੇ ਕੰਮ ਨਹੀਂ ਸਾਧ ਸੰਗਤ 'ਚ।
ਜਲ ਬਿਨ ਸਰਵਰ ਅਫਲ। ਤੁਸਾਂ ਬਹੁਤ ਖੂਬਸੂਰਤ ਸਰੋਵਰ ਤਿਆਰ ਕੀਤਾ, ਤਲਾਬ ਬਣਾਇਆ ਸਾਧ ਸੰਗਤ 'ਚ, ਸੰਗ ਮਰ ਮਰ ਲਾਏ ਨੇ, ਸੇਵਾ ਕੀਤੀ, ਉਹ 'ਚ ਪਾਣੀ ਕੋਈ ਨਹੀਂ ਗਾ, ਕਿਸੇ ਵੀ ਕੰਮ ਨਹੀਂ ਸਾਧ ਸੰਗਤ 'ਚ। ਦਰਖਤ ਹੈ, ਬੜੇ ਵੱਡੇ ਆਕਾਰ ਦਾ ਹੈ, ਨਾ ਕਿਸੇ ਰਾਹੀ ਗਏ ਆਏ ਗਏ ਰਾਹੀ ਮੁਸਾਫਰ ਨੂੰ ਸੁੱਖ ਹੈ, ਨਾ ਕਿਸੇ ਪਸ਼ੂ ਪੰਛੀ ਨੂੰ ਸੁੱਖ ਹੈ। ਉਹਦਾ ਆਕਾਰ ਕੀ ਕਰਨਾ ਜੇ ਸਾਧ ਸੰਗਤ 'ਚ, ਕਿਸੇ ਵੀ ਕੰਮ ਨਹੀਂ ਗੁਰੂ ਦੇ ਪਿਆਰੇ। ਕਹਿੰਦੇ ਨੇ ਜਲ ਬਿਨ ਸਰਵਰ ਅਫਲ, ਅਫਲ ਤਰਵਰ ਬਿਨ ਛਾਇਆ, ਸਸ ਬਿਨ ਰਜਨੀ ਅਫਲ, ਅਫਲ ਦੀਪਕ ਬਿਨ ਮੰਦਰ। ਜਿਹੜੀ ਰਾਤ ਹੈ ਇਹ ਚੰਦਰਮਾ ਤੋਂ ਬਗੈਰ ਡਰਾਉਣੀ ਹੈ ਸਾਧ ਸੰਗਤ 'ਚ, ਡਰ ਲੱਗਦਾ ਹੈ। ਪਰ ਤੁਹਾਨੂੰ ਤਾਂ ਪਤਾ ਹੀ ਨਹੀਂ ਨਾ ਵੀ ਚੰਦਰਮਾ ਕਦੋਂ ਚੜ੍ਹਦਾ, ਕਦੋਂ ਛਿਪਦਾ, ਕਦੋਂ ਪ੍ਰਭਾਤ ਹੁੰਦੀ ਹੈ। ਇਹ ਤਾਂ ਕੋਈ ਭਾਗਾਂ ਵਾਲੇ ਜੀ ਹੋਣਗੇ ਜਿਹਨਾਂ ਨੂੰ ਪ੍ਰਭਾਤ ਦਾ ਪਤਾ। ਸਾਧ ਤੁਹਾਨੂੰ ਕੀ ਪਤਾ ਪ੍ਰਭਾਤ ਕੀ ਚੀਜ਼ ਹੈ ਸਾਧ ਸੰਗਤ 'ਚ। ਲਾਈਟਾਂ ਜਗਦੀਆਂ ਰਹਿੰਦੀਆਂ ਨੇ, ਪਤਾ ਨਹੀਂ ਕਦੋਂ ਆਉਣੀਆਂ ਤੇ ਕਦੋਂ ਦਿਨ ਚੜ੍ਹ ਗਿਆ, ਕਦੋਂ ਰਾਤ ਚੜ੍ਹ ਗਈ ਹੈ ਸਾਧ ਸੰਗਤ। ਤੁਹਾਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਗੁਰੂ ਦੇ ਪਿਆਰੇ, ਆਪਾਂ ਦੂਰ ਜਾਂਦੇ ਹਾਂ ਪਏ ਸਾਧ ਸੰਗਤ 'ਚ। ਕਹਿੰਦੇ ਨੇ ਸਸ ਬਿਨ ਰਜਨੀ ਅਫਲ, ਜਿਹੜੀ ਰਾਤ ਹੈ ਚੰਦਰਮਾ ਤੋਂ ਬਗੈਰ ਡਰਾਉਣੀ ਹੈ। ਅਫਲ ਦੀਪਕ ਬਿਨ ਮੰਦਰ। ਤਿੰਨ ਪ੍ਰਕਾਰ, ਤੁਸੀਂ ਤੇ ਦੋ ਸੰਧਿਆ ਕਰਦੇ ਹੋ ਨਾ, ਤਿੰਨ ਸੰਧਿਆ ਨੇ ਸਾਧ ਸੰਗਤ 'ਚ। ਇੱਕ ਸੰਧਿਆ ਹੈ ਸਵੇਰ ਦੀ ਸੰਧਿਆ, ਜਦੋਂ ਅੰਧੇਰਾ ਦੂਰ ਹੁੰਦਾ ਤੇ ਪ੍ਰਕਾਸ਼ ਹੁੰਦਾ, ਉਹਨੂੰ ਸਵੇਰ ਦੀ ਸੰਧਿਆ ਕਹਿੰਦੇ ਨੇ। ਇੱਕ ਸੰਧਿਆ ਹੈ ਜਦੋਂ 12 ਵੱਜ ਜਾਂਦੇ ਨੇ ਤੇ ਅਗਲਾ 12 ਦਾ ਟਾਈਮ ਸ਼ੁਰੂ ਹੁੰਦਾ ਹੈ, ਉਹ ਦੁਪਹਿਰ ਦੀ ਸੰਧਿਆ ਹੈ। ਇੱਕ ਹੈ ਸ਼ਾਮ ਦੀ ਸੰਧਿਆ, ਜਦੋਂ ਪ੍ਰਕਾਸ਼ ਜਿਹੜਾ ਸੂਰਜ ਛਿਪਦਾ ਹੈ ਤੇ ਅੰਧੇਰਾ ਸ਼ੁਰੂ ਹੋ ਜਾਂਦਾ, ਇਹਨੂੰ ਸ਼ਾਮ ਦੀ ਸੰਧਿਆ ਕਹਿੰਦੇ ਨੇ ਸਾਧ ਸੰਗਤ 'ਚ। ਜਿਸ ਘਰ ਦੇ ਵਿੱਚ ਜੋਤ ਦੀਵਾ ਬੱਤੀ ਨਹੀਂ ਜਗਦਾ, ਉਹ ਅਫਲ ਕਿਸੇ ਕੰਮ ਨਹੀਂ ਸਾਧ ਸੰਗਤ 'ਚ। ਸ਼ਾਸਤਰ ਦੇ ਮੱਤ ਨੇ ਗੁਰੂ ਦੇ ਪਿਆਰੇ। ਇਸ ਵਾਸਤੇ ਆਪਣੇ ਘਰਾਂ ਦੇ ਵਿੱਚ ਜਿਹੜੀ ਸ਼ਾਮ ਦੀ ਸੰਧਿਆ ਹੈ, ਅੱਬਲ ਤੇ ਸਵੇਰੇ ਵੀ ਨਹੀਂ ਤੇ ਸ਼ਾਮ ਦੀ ਸੰਧਿਆ ਜ਼ਰੂਰ ਦੇਸੀ ਘਿਓ ਦੀ ਜੋਤ ਲਾਇਆ ਕਰੋ ਸਾਧ ਸੰਗਤ 'ਚ। ਇਹਦੇ ਬਹੁਤ ਗੁਣ ਨੇ ਗੁਰੂ ਦੇ ਪਿਆਰਿਓ। ਕੋਈ ਐਸੇ ਕੀਟਾਣੂ ਹੁੰਦੇ ਨੇ ਇਹਦੀ ਹਵਾੜ ਨਾਲ ਖਤਮ ਹੋ ਜਾਂਦੇ ਨੇ ਸਾਧ ਸੰਗਤ 'ਚ। ਇਹ ਐਸੇ ਇਹਦੇ ਸ਼ਾਸਤਰ ਨੇ ਗੁਣ ਲਿਖੇ ਨੇ ਤੇ ਗੁਰੂ ਦੇ ਪਿਆਰਿਓ। ਇਸ ਵਾਸਤੇ ਉਹ ਜਿਸ ਘਰ 'ਚ ਦੀਵਾ ਜਗਦਾ ਪਿਆ, ਉਹ ਵਸਣ ਦੀ ਨਿਸ਼ਾਨੀ ਹੈ ਸਾਧ ਸੰਗਤ 'ਚ। ਕਹਿੰਦੇ ਨੇ ਜਿਸ ਘਰ ਦੀਵਾ ਨਾ ਜਗੈ, ਦਰ ਨਾ ਖੇਡੈ ਬਾਲ, ਉਸ ਘਰ ਦਾ ਕੀ ਡੰਨਾ ਜੋ ਆਪ ਡੰਨਿਆ ਕਰਤਾਰ ਸਾਧ ਸੰਗਤ 'ਚ। ਜਿਸ ਘਰ 'ਚ ਬੱਚਾ ਨਹੀਂ ਖੇਡਦਾ, ਜਿਸ ਘਰ 'ਚ ਦੀਵਾ ਨਹੀਂ ਜਗਦਾ, ਉਹ ਤੇ ਪਰਮੇਸ਼ਰ ਨੇ ਡੰਡ ਦਿੱਤਾ ਉਹਨੂੰ ਸਾਧ ਸੰਗਤ 'ਚ। ਉਹਨੂੰ ਹੋਰ ਕੀ ਡੰਡ ਦੇਣਾ ਜੇ ਗੁਰੂ ਦੇ ਪਿਆਰੇ। ਇਸ ਵਾਸਤੇ ਸ਼ਾਸਤਰ ਦੇ ਮਹਾਂਵਾਕਾਂ ਦੇ ਅਨੁਸਾਰ ਆਪਣੇ ਘਰਾਂ ਦੇ ਵਿੱਚ ਅੱਬਲ ਤੇ 2 ਟਾਈਮ ਤੇ ਸ਼ਾਮ ਦੀ ਸੰਧਿਆ ਤੇ ਭਾਵੇਂ 10 ਮਿੰਟ ਲਾਓ ਤੇ ਭਾਵੇਂ 5 ਮਿੰਟ ਲਾਓ ਤੇ ਭਾਵੇਂ ਘੰਟਾ ਲਾਓ, ਤੁਹਾਡੀ ਆਪਣੀ ਇੱਛਾ ਹੈ। ਜੋਤ ਲੱਗਣੀ ਚਾਹੀਦੀ ਸਾਧ ਸੰਗਤ 'ਚ, ਦੀਵਾ ਜਗਾਉਣਾ ਚਾਹੀਦਾ ਗੁਰੂ ਦੇ ਪਿਆਰੇ। ਨਰ ਬਿਨ ਨਾਰੀ ਅਫਲ, ਅਫਲ ਗੁਣ ਬਿਨ ਸਭ ਸੁੰਦਰ। ਔਰਤ ਮਰਦ ਤੋਂ ਬਗੈਰ ਅਫਲ ਕਿਸੇ ਵੀ ਕੰਮ ਨਹੀਂ ਸਾਧ ਸੰਗਤ 'ਚ। ਸ਼ਾਸਤਰ ਦਾ ਮੱਤ ਹੈ ਗੁਰੂ ਦੇ ਪਿਆਰੇ। ਜੇ ਉਸ ਅਕਾਲ ਪੁਰਖ ਨੇ ਸੁੰਦਰਤਾ ਬੜੀ ਦਿੱਤੀ ਹੈ, ਉਸ ਅਕਾਲ ਪੁਰਖ ਨੇ ਹੁਸਨ ਬੜਾ ਦਿੱਤਾ ਹੈ, ਉਸ ਅਕਾਲ ਪੁਰਖ ਨੇ ਜਵਾਨੀ ਬੜੀ ਦਿੱਤੀ ਹੈ, ਵਿੱਚ ਗੁਣੀ ਕੋਈ ਨਹੀਂ ਸਾਧ ਸੰਗਤ 'ਚ, ਕੀ ਕਰਨਾ ਚਾਹੁੰਦਾ? ਉਸ ਅਕਾਲ ਪੁਰਖ ਨੇ ਸੁੰਦਰਤਾ ਦਿੱਤੀ ਹੈ, ਉਸ ਅਕਾਲ ਪੁਰਖ ਨੇ ਹੁਸਨ ਦਿੱਤਾ, ਜਵਾਨੀ ਦਿੱਤੀ ਹੈ, ਵਿੱਚ ਗੁਣੀ ਕੋਈ ਨਹੀਂ ਸਾਧ ਸੰਗਤ, ਕੀ ਕਰਨਾ ਚਾਹੁੰਦਾ? ਅਫਲ ਹੈ ਕਿਸੇ ਕੰਮ ਨਹੀਂ ਗੁਰੂ ਦੇ ਪਿਆਰੇ। ਕਹਿੰਦੇ ਨੇ ਨਾਰਾਇਣ ਕੇ ਨਾਮ ਬਿਨ ਰਾਜਾ ਪ੍ਰਜਾ ਫਲ। ਉਸ ਨਾਰਾਇਣ ਦੇ ਨਾਮ ਤੋਂ ਬਗੈਰ, ਉਸ ਭਗਵਾਨ ਦੇ ਨਾਮ ਤੋਂ ਬਗੈਰ ਸੱਜਣੋ ਪ੍ਰਜਾ ਦੀ ਤੇ ਗੱਲ ਕਿਹੜੀ ਹੈ? ਜੇ ਰਾਜਾ ਹੈ ਨਾ, ਉਹ ਵੀ ਅਫਲ ਹੈ ਸਾਧ ਸੰਗਤ 'ਚ, ਉਹ ਵੀ ਕਿਸੇ ਕੰਮ ਨਹੀਂ ਗੁਰੂ ਦੇ ਪਿਆਰਿਓ। ਪ੍ਰਜਾ ਦੀ ਗੱਲ ਨਹੀਂ ਹੋਈ, ਪ੍ਰਜਾ ਦੀ ਕਿਹੜੀ ਗੱਲ ਹੈ? ਕਹਿੰਦੇ ਨੇ ਭਾਵੇਂ ਰਾਜਾ ਹੋਵੇ ਧਰਤੀ ਦਾ, ਉਹ ਵੀ ਅਫਲ ਹੈ ਕਿਸੇ ਕੰਮ ਨਹੀਂ ਸਾਧ ਸੰਗਤ 'ਚ। ਤਤ ਬੇਤਾ ਤਿਹ ਲੋਕ ਮੈਂ ਨਾਮ ਜਪੈ ਤੇ ਨਰ ਸਫਲ। ਇਸ ਸੰਸਾਰ ਤੇ ਸਫਲਤਾ ਕਿਹਨਾਂ ਦੀ ਹੈ? ਆ ਜਿਹੜੇ ਤੁਸੀਂ ਨਾਮ ਜਪਦੇ ਹੋ ਪਏ ਸਾਧ ਸੰਗਤ 'ਚ, ਸਿਮਰਨ ਕਰਦੇ ਹੋ ਪਏ ਗੁਰੂ ਦੇ ਪਿਆਰਿਓ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਹੈ, ਦਾਸ ਨੇ ਬੇਨਤੀ ਕੀਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਆਪ ਵੱਡੇ ਭਾਗਾਂ ਵਾਲੇ ਹੋ ਸਾਧ ਸੰਗਤ 'ਚ, ਜਿਹੜੇ ਕਿ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹੋ, ਨਾਮ ਜਪਦੇ ਹੋ ਸਾਧ ਸੰਗਤ 'ਚ। ਦਾਸ ਤੇ ਇੱਕ ਪ੍ਰਮਾਣ ਦੇਣ ਲੱਗਾ ਤੁਹਾਨੂੰ। ਇੱਕ ਬੜਾ ਪੁਰਾਣਾ ਜਿਹਾ ਅਖਾਣ ਹੈ, ਜੋ ਸੁਖ ਛੱਜੂ ਦੇ ਚੁਬਾਰੇ ਨਾ ਉਹ ਬਲਖ ਤੇ ਬੁਖਾਰੇ ਸਾਧ ਸੰਗਤ 'ਚ। ਭਾਵ ਬਲਖ ਬੁਖਾਰੇ ਦਾ ਰਾਜਾ ਇਬਰਾਹੀਮ ਹੋਇਆ ਸਾਧ ਸੰਗਤ 'ਚ। ਇਬਰਾਹੀਮ ਸਹਿਜਾਦਾ ਸੀ ਸਾਧ ਸੰਗਤ 'ਚ। ਇਸ ਨੂੰ ਸੰਗਤ ਹੋਈ ਸਾਧ ਸੰਗਤ 'ਚ। ਅੱਜ ਜਿਵੇਂ ਤੁਸੀਂ ਸੰਗਤ ਕਰਦੇ ਹੋ ਪਏ, ਇਹ ਬੜੀ ਵੱਡੀ ਚੀਜ਼ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਹੈ,
ਸਮਾਂ ਤੇ ਲੰਘਦਾ ਜਾਂਦਾ ਪਿਆ ਸਾਧ ਸੰਗਤ ਜੀ, ਲੰਘ ਗਿਆ ਗੁਰੂ ਦੇ ਪਿਆਰਿਓ। ਜੇ ਤੁਸੀਂ ਆਪਣੇ ਬੱਚਿਆਂ ਨੂੰ ਸਾਧ ਸੰਗਤ ਨਾਲ ਨਾ ਜੋੜਿਆ, ਤੁਸੀਂ ਕੁਛ ਵੀ ਨਹੀਂ ਕੀਤਾ ਸਾਧ ਸੰਗਤ 'ਚ। ਭਾਵੇਂ ਤੁਸੀਂ ਕਰੋੜਾਂ ਰੁਪਈਏ ਬਣਾ ਜਾਓ, ਤਿਆਰ ਕਰ ਜਾਓ, ਲੱਖਾਂ ਰੁਪਈਏ ਤਿਆਰ ਬੈਂਕ ਭਰ ਜਾਓ ਤੁਸੀਂ ਸਾਧ ਸੰਗਤ 'ਚ। ਜੇ ਆਪਣੇ ਬੱਚਿਆਂ ਨੂੰ ਸਾਧ ਸੰਗਤ ਦੇ ਨਾਲ, ਗੁਰਮਤਿ ਦੇ ਨਾਲ, ਧਰਮ ਦੇ ਨਾਲ ਨਾ ਜੋੜਿਆ ਤੇ ਸਮਝੋ ਅਸੀਂ ਸੰਸਾਰ ਤੋਂ ਕੁਛ ਵੀ ਨਹੀਂ ਕਰਕੇ ਗਏ ਗੁਰੂ ਦੇ ਪਿਆਰਿਓ। ਇਹ ਤਾਂ ਕੋਈ ਬੜੀ ਵੱਡੀ ਗੱਲ ਨਹੀਂ, 5-7 ਬੱਚੇ ਬਣਾ ਛੱਡੇ ਤੇ ਸਾਧ ਸੰਗਤ 'ਚ, ਇਹ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਗੁਰੂ ਦੇ ਪਿਆਰਿਓ। ਉਹਨੂੰ ਗੁਰਮਤਿ ਨਾਲ ਜੋੜਨਾ ਸਾਧ ਸੰਗਤ 'ਚ। ਉਹ ਕਦੋਂ ਉਹ ਤੁਹਾਡੀ ਕੁੱਖ ਸਫਲ ਹੋਵੇਗੀ ਸਾਧ ਸੰਗਤ 'ਚ, ਸਫਲ ਜੇ ਤੁਹਾਡਾ ਜੀਵਨ ਸਫਲ ਹੋਵੇਗਾ। ਇਬਰਾਹਿਮ ਬਾਦਸ਼ਾਹ ਨੂੰ ਸਾਧ ਸੰਗਤ ਸਾਧੂ ਮਹਾਤਮਾ ਦੀ ਸੰਗਤ ਹੋ ਗਈ। ਉਸ ਭਗਵਾਨ ਦੀ ਪ੍ਰਾਪਤੀ ਦਾ ਮਨ 'ਚ ਸ਼ੌਂਕ ਜਾਗਿਆ ਸਾਧ ਸੰਗਤ 'ਚ। ਇਸ ਪਾਸੇ ਲੱਗ ਗਿਆ ਗੁਰੂ ਦੇ ਪਿਆਰੇ, ਲੱਗਾ ਫਿਰ ਸਾਧੂ ਮਾ ਸੰਗਤ ਦੇ ਨਾਲ। ਸਾਧੂ ਮਾ ਸੰਗਤ ਰੰਗ ਲਿਆਉਂਦੀ ਏ, ਪਰ ਕਦੋਂ ਹੋਵੇ ਵੀ ਸਾਧੂ ਤੇ ਸੰਗਤ ਵੀ ਅੰਦਰੋਂ ਬਾਹਰੋਂ ਕਰੀਏ ਸਾਧ ਸੰਗਤ 'ਚ, ਫਿਰ ਗੱਲ ਹੁੰਦੀ ਹੈ ਗੁਰੂ ਦੇ ਪਿਆਰੋ। ਹੋਵੇ ਵੀ ਸਾਧੂ ਸਾਧ ਸੰਗਤ 'ਚ ਤੇ ਸੰਗਤ ਵੀ ਅੰਦਰੋਂ ਬਾਹਰੋਂ ਕਰੀਏ। ਇਹ 'ਚ ਬੜਾ ਅੰਤਰ ਇਸ ਗੱਲ, ਇਹਨਾਂ ਗੱਲਾਂ ਦੇ ਵਿੱਚ ਬਹੁਤ ਅੰਤਰ ਹੈ ਸਾਧ ਸੰਗਤ 'ਚ। ਇਬਰਾਹਿਮ ਬਾਦਸ਼ਾਹ ਨੂੰ ਰੰਗ ਚੜ੍ਹ ਗਿਆ। ਹੁਣ ਰੰਗ ਚੜ੍ਹਦਾ ਸਿਮਰਨ ਕਰਦਾ। ਇੱਕ ਦਿਨ ਐਸਾ ਸਮਾਂ ਆ ਗਿਆ, ਇਹਦਾ 2 ਮੰਜ਼ਿਲਾ ਮਕਾਨ ਸੀ। ਉੱਥੇ ਨਾ 2 ਆਦਮੀ ਦਿਖਾਈ ਦਿੱਤੇ। ਕਹਿੰਦਾ ਇਹ ਮਹੱਲਾ ਤੇ ਕਿਸ ਤਰ੍ਹਾਂ ਆ ਗਏ? ਇਹ ਸ਼ਹਿਜ਼ਾਦਾ ਉੱਪਰ ਚੜ੍ਹ ਗਿਆ। ਕਹਿੰਦਾ ਤੁਸੀਂ ਕੌਣ ਹੋ? ਕਹਿੰਦੇ ਅਸੀਂ ਸਾਰਬਾਣ ਹਾਂ। ਅਸੀਂ ਸਾਰਬਾਣ ਕੌਣ? ਆਖੇ ਸਾਡੇ 2 ਊਠ ਗੁਆਚ ਗਏ ਨੇ, ਉਹ ਲੱਭਦੇ ਫਿਰਨੇ ਆ। ਇਬਰਾਹਿਮ ਬਾਦਸ਼ਾਹ ਕਹਿੰਦਾ ਕਮਾਲ ਦੀ ਗੱਲ ਹੈ, ਊਠ ਕੋਠਿਆਂ 'ਤੇ ਫਿਰਦੇ ਨੇ, ਤੁਸੀਂ ਤਾਂ ਮਹੱਲਾਂ 'ਤੇ ਲੱਭਦੇ ਫਿਰਦੇ ਹੋ, ਤੇ ਉਹ ਇੱਥੇ ਕਿਵੇਂ ਚੜ੍ਹ ਗਏ ਆ ਕੇ? ਕੋਠੀ ਬਿਲਡਿੰਗ 'ਤੇ ਕਿਵੇਂ ਆ ਕੇ ਚੜ੍ਹ ਗਏ ਊਠ ਆ ਕੇ? ਉਹ 2 ਬੰਦੇ ਕਹਿੰਦੇ ਨੇ ਐ ਬਾਦਸ਼ਾਹ, ਓਏ ਤੂੰ ਸਵਾ ਮਣ ਦੀ ਫੁੱਲਾਂ ਦੀ ਸੇਜਾ ਤੇ ਬਿਰਾਜਮਾਨ ਹੋਣਾ, ਤੂੰ ਭਗਵਾਨ ਦੀ ਪ੍ਰਾਪਤੀ ਕਰਨੀ ਚਾਹੁੰਦਾ ਪਿਆ? ਕਹਿੰਦਾ ਕਮਾਲ ਹੈ, ਤੂੰ 1.25 ਮਣ ਫੁੱਲਾਂ ਦੀ ਸੇਜਾ, ਤੇਰੀ 1.25 ਮਣ ਫੁੱਲਾਂ ਦੀ ਸੇਜਾ ਵਿਛਦੀ ਹੈ ਤੇਰੀ, ਉਹ ਤੇਰਾ ਉਹਦੇ ਤੇ ਕਰਨੀ ਚਾਹੁੰਦਾ, ਉਹਦੇ ਤੋਂ ਭਗਵਾਨ ਦੀ ਪ੍ਰਾਪਤੀ ਕਰਨੀ ਚਾਹੁੰਦਾ। ਸੁਣਦੇ ਸਾਰ ਹੀ ਬੇਹੋਸ਼ ਹੋ ਗਿਆ। ਇਹ ਅਲੋਪ ਹੋ ਗਏ ਸਾਧ ਸੰਗਤ 'ਚ, ਹੋਸ਼ ਆਈ। ਕਹਿੰਦਾ ਇਹ ਗੱਲ ਮੈਨੂੰ ਕੀ ਆਖ ਗਏ ਨੇ? ਮੈਂ ਤੁਹਾਡੇ ਚਰਨ 'ਚ ਪ੍ਰਾਰਥਨਾ ਕਰ ਬੈਠਾ। ਸਜਣੋ, ਸੁੱਖ ਦੇ ਪਿੱਛੇ ਦੁੱਖ ਹੈ ਤੇ ਦੁੱਖ ਦੇ ਪਿੱਛੇ ਸੁੱਖ ਹੈ ਸਾਧ ਸੰਗਤ 'ਚ, ਅਸੂਲ ਹੈ ਗੁਰੂ ਦੇ ਪਿਆਰੇ। ਜਿਸ ਨੇ ਆਪਣੇ ਸੁੱਖ ਨੂੰ ਨਾ ਸੰਭਾਲਿਆ, ਅਵਸ਼ ਦੁੱਖ ਆਉਣੇ ਆਉਣਾ ਗੁਰੂ ਦੇ ਪਿਆਰੇ। ਇਸ ਵਾਸਤੇ ਮੈਂ ਤੁਹਾਡੇ ਚਰਨ 'ਚ ਪ੍ਰਾਰਥਨਾ ਕੀਤੀ। ਤੁਹਾਡੇ ਸੁੱਖਾਂ ਦਾ ਕੋਈ ਅੰਤ ਨਹੀਂ ਆਉਂਦਾ ਪਿਆ। ਕਿੰਨੇ ਕੁ ਤੁਹਾਨੂੰ ਸੁੱਖ ਭਗਵਾਨ ਨੇ ਦਿੱਤੇ ਨੇ ਸਾਧ ਸੰਗਤ 'ਚ। ਇਹਦੀ ਬੈਕ ਇਹਦੇ ਪਿੱਛੇ ਹੈ ਕੋਈ। ਇਹ ਪ੍ਰਾਰਥਨਾ ਕੀਤੀ ਸੀ, ਆਪਾਂ ਗੁਰੂ ਨਾਨਕ ਨੂੰ ਮੰਨਣ ਵਾਲੇ ਹਾਂ, ਆਪਾਂ ਦਸਮੇਸ਼ ਪਾਤਸ਼ਾਹ ਨੂੰ ਮੰਨਣ ਵਾਲੇ ਹਾਂ, ਆਪਾਂ ਸਤਿਗੁਰੂ ਰਾਮ ਸਿੰਘ ਨੂੰ ਮੰਨਣ ਵਾਲੇ ਹਾਂ, ਆਪਾਂ ਸਾਧ ਸੰਗਤ ਗੁਰਬਾਣੀ ਨੂੰ ਮੰਨਣ ਵਾਲੇ ਹਾਂ, ਆਪਾਂ ਇਹਦੇ ਨਾਲ ਜੁੜੇ ਰਹੀਏ। ਜੇ ਇਹਨੂੰ ਛੱਡ ਦਿੱਤਾ, ਇਹਦੇ ਪਿੱਛੇ 84 ਲੱਖ ਜੂਨ ਦਾ ਦੁੱਖ ਹੈ ਸਾਧ ਸੰਗਤ 'ਚ। 84 ਲੱਖ ਜੂਨ ਹੈ ਇਹਦੇ ਗੁਰੂ ਦੇ ਪਿਆਰੇ ਦੇ ਪਿੱਛੇ ਸਾਧ ਸੰਗਤ 'ਚ। ਜੇ ਤੁਸੀਂ ਦਾ ਤਿਆਗ ਕਰਤਾ ਗੁਰੂ ਦੇ ਪਿਆਰੇ, ਦੁੱਖ ਹੈ ਸਾਧ ਸੰਗਤ 'ਚ। ਇਸ ਵਾਸਤੇ ਜਦੋਂ ਇਹਨੂੰ ਸਾਹ ਕਹਿੰਦਾ ਉਹ ਆਹ ਗੱਲ ਕਿਹੜੀ ਆ ਗਿਆ, ਉਹ ਬੰਦੇ ਕਿਹੜੇ ਕਹਿੰਦੇ ਭਈ ਇੰਨੇ ਸੁੱਖ ਜਿਹਦੇ 1.25 ਮਣ ਫੁੱਲ ਸੇਜਾ ਵਿਛਦੀ ਹੈ। ਤੁਹਾਡਾ ਇਤਿਹਾਸ ਕਹਿੰਦਾ ਪਿਆ ਸਾਧ ਸੰਗਤ 'ਚ। ਕਹਿੰਦੇ ਨੇ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰੂ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣੇ ਆਈ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰੂ ਕਰੀ ਵਿਛਾਈ। ਇਹ ਗੁਰੂ ਨਾਨਕ ਦੇ ਤਸ਼ਬੀਹ ਦਿੱਤੀ ਹੈ। 11 ਸਾਲ ਗੁਰੂ ਨਾਨਕ ਨੇ ਇਸ ਤਰ੍ਹਾਂ ਤਪ ਕੀਤਾ ਸਾਧ ਸੰਗਤ 'ਚ। ਤੇ ਤੁਹਾਡੇ ਤੇ ਬੈਡੀ ਗੁਰੂ ਦੇ ਪਿਆਰੇ ਕਮਾਲ ਦੇ ਨੇ ਸਾਧ ਸੰਗਤ 'ਚ। ਉੱਥੇ ਆ ਕੇ ਉੱਠੇ, ਸਵੇਰੇ ਉੱਠੀਏ ਉੱਥੋਂ, ਫਿਰ ਆਂਦੇ ਭਗਤੀ ਦਾ ਆਨੰਦ ਮਾਣੀਏ ਸਾਧ ਸੰਗਤ 'ਚ। 2 ਗੱਲਾਂ ਹੋਣੀਆਂ ਨਹੀਂ ਗੁਰੂ ਦੇ ਪਿਆਰੇ। ਇੱਛਾ ਤੁਹਾਡੀ ਹੈ, ਮੈਂ ਤੇ ਆਪਣਾ ਚੌਂਕੀਦਾਰਾ ਕਰਨਾ ਸਾਧ ਸੰਗਤ 'ਚ। ਕੁਛ ਨਾ ਕੁਛ ਤੇ ਵੇਖਣਾ ਚਾਹੀਦਾ, ਸਭ ਹਿਸਾਬ ਲਾਉਣਾ ਚਾਹੀਦਾ। 11 ਸਾਲ 12 ਸਾਲ ਗੁਰੂ ਅਮਰਦਾਸ ਨੇ ਪਾਣੀ ਦੀ ਸੇਵਾ ਕੀਤੀ ਜਲ ਦੀ ਸਾਧ ਸੰਗਤ 'ਚ। ਐਵੇਂ ਗੱਲਾਂ ਬਣਦੀਆਂ ਨੇ। ਕਹਿੰਦੇ ਰੇਤ ਅੱਕ ਆਹਾਰ ਕਰ, ਅੱਕ ਖਾਣਾ, ਰੇਤਾ ਖਾਣਾ, ਮਿੱਟੀ ਖਾਣੀ, ਤੇ ਕਹਿੰਦੇ ਰੋੜਾਂ ਦੀ ਗੁਰੂ ਕਰੀ ਵਿਛਾਈ। ਜਿਹੜਾ ਪੁੱਛਦਾ ਜੀ ਭਜਨ ਕਿਵੇਂ ਕਰਨਾ, ਨਾਮ ਕਿਵੇਂ ਜਪਣਾ, ਕਿਵੇਂ ਕਰਨਾ ਜੀ, ਇਹ ਗੱਲ ਪੁੱਛੀ ਜਾਂਦੇ ਹੋ ਸਾਧ ਸੰਗਤ 'ਚ। ਤੁਰਦੇ ਹੈ ਨਹੀਂ ਗੁਰੂ ਦੇ ਪਿਆਰੇ। ਤੁਰਦੇ ਪੁੱਛਦੇ ਬੜੇ ਪ੍ਰੇਮ ਨਾਲ, ਆਪਾਂ ਤੁਰਦੇ ਨਹੀਂ ਸਾਧ ਸੰਗਤ। ਗੱਲ ਬਣਨੀ ਨਹੀਂ ਇਸ ਤਰ੍ਹਾਂ ਸਾਧ ਸੰਗਤ 'ਚ। ਮੈਂ ਗੱਲ ਮੁੱਕਦੀ ਕਰਨਾ ਪਿਆ। ਏਡੀ ਚੋਟ ਲੱਗੀ ਜਦੋਂ ਹੋਸ਼ ਆਈ, ਰਾਜ ਭਾਗ ਛੱਡ ਦਿੱਤਾ ਸਾਧ ਸੰਗਤ 'ਚ।
ਹੁਣ ਸਾਧੂ ਸੰਤਾਂ ਮਹਾਤਮਾ ਦੇ ਪਿੱਛੇ ਲੱਗਾ ਫਿਰਨ ਸਾਧ ਸੰਗਤ 'ਚ। ਕੋਈ ਸਾਧੂ ਮਿਲੇ, ਕੋਈ ਸੰਤ ਮਿਲੇ ਸਾਧ ਸੰਗਤ 'ਚ। ਸਾਧੂ ਸੰਤ ਮਿਲਣ ਦੀ ਬੜੀ ਇੱਕ ਗੁਰੂ ਦੇ ਪਿਆਰੇ ਬਾਈ, ਇਹ ਤੇ ਬੜੀ ਪਰਮੇਸ਼ਰ ਕਿਸੇ ਸਾਧੂ ਦਾ ਮੇਲ ਹੋਵੇ ਸਾਧ ਸੰਗਤ 'ਚ, ਕਿ ਸੰਤ ਦਾ ਮੇਲ ਹੋਵੇ ਗੁਰੂ ਦੇ ਪਿਆਰੇ। ਸਾਰਾ ਬਲਖ ਬਹਾਰਾ ਫੇਰ ਲਿਆ ਪਰ ਕਿਤੋਂ ਸਾਧੂ ਨਾ ਲੱਭਾ ਸਾਧ ਸੰਗਤ 'ਚ। ਹਿੰਦੁਸਤਾਨ ਵਿੱਚ ਆ ਗਿਆ, ਲੱਗਾ ਹੁਣ ਸੰਤਾਂ ਦੀ ਪਛਾਣ ਕਰਨ ਸਾਧ ਸੰਗਤ 'ਚ। ਸੰਤ ਲੱਭਣਾ ਕੋਈ ਸੌਖਾ ਗੁਰੂ ਦੇ ਪਿਆਰਿਓ। ਭਾਵ ਜੋ ਜਨ ਕੇ ਬੰਧਨ ਹਰੈ ਸੋ ਸਾਧੂ ਕਹੂੰ ਏਕ, ਕਰਮ ਕਿਰਿਆ ਕਰਮ ਕਿਰਿਆ ਜੋੜਨ ਜਨ ਸਮਰੱਥ ਅਨੇਕ। ਉਹ ਸੱਜਣੋ, ਇਸ ਭਵਜਲ ਤੋਂ ਪਾਰ ਕਰਨ ਵਾਲਾ ਕੋਈ ਇੱਕ ਦਾ ਸਾਧੂ ਮਿਲਦਾ, ਭਵਜਲ 'ਚ ਪਾਉਣ ਵਾਲੇ ਤੇ ਬੜੇ ਮਿਲ ਜਾਂਦੇ ਨੇ ਸੰਸਾਰ ਤੇ ਸਾਧ ਸੰਗਤ 'ਚ। ਬਹੁਤ ਮੁਸ਼ਕਲ ਹੈ। ਇਹਨਾਂ ਬੰਧਨਾਂ 'ਚ ਪਾਉਣ ਵਾਲੇ ਬੜੇ ਸਾਧੂ ਮਿਲ ਜਾਣਗੇ ਤੁਹਾਨੂੰ ਸਾਧ ਸੰਗਤ 'ਚ। ਬੜੇ ਸੰਸਾਰ ਤੇ ਪੇਟ ਨੂੰ ਭਰਨ ਵਾਲੇ ਬੜੇ ਸਾਧੂ ਮਿਲ ਜਾਣਗੇ, ਪਰ ਦੁਨੀਆ ਤੋਂ ਪਾਰ ਕਰਨਾ ਕੋਈ ਇੱਕ ਅੱਧਾ ਸਾਧੂ ਮਿਲੇਗਾ ਤੁਹਾਨੂੰ ਸਾਧ ਸੰਗਤ 'ਚ। ਹਿੰਦੁਸਤਾਨ 'ਚ ਆ ਗਿਆ, ਲੱਗਾ ਸਾਧਾ ਮਹਾਤਮਾ ਪੇਲ ਕਰਨ। ਮੇਰਾ ਪ੍ਰਕਰਨ ਲੰਬਾ ਹੈ, ਇਸ ਵਾਸਤੇ ਮੈਂ ਸ਼ਾਰਟਕਟ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਲੱਗਾ ਸਾਧਾਂ ਦੇ ਭਾਲ ਕਰਨ। ਇਹ ਵੀ ਬੜੀ ਵੱਡੀ ਗੱਲ ਹੈ ਸਾਧ ਸੰਗਤ 'ਚ। ਇੱਕ ਤੁਹਾਨੂੰ ਪ੍ਰੈਕਟੀਕਲੀ ਗੱਲ ਦੱਸਣਾ ਸਾਧ ਸੰਗਤ 'ਚ। ਪ੍ਰੈਕਟੀਕਲੀ ਤੁਸੀਂ ਸ੍ਰੀ ਭੈਣੀ ਸਾਹਿਬ ਹਿੰਦੁਸਤਾਨ 'ਚ ਜਾਂਦੇ ਹੋ, ਭੈਣੀ ਸਾਹਿਬ ਤੋਂ ਪਹਿਲਾਂ ਇੱਕ ਡੇਲੋਂ ਪਿੰਡ ਆਉਂਦਾ ਸਾਧ ਸੰਗਤ, ਸੜਕ ਦੇ ਉੱਤੇ ਹੀ ਹੈ ਗੁਰੂ ਦੇ ਪਿਆਰਿਓ। ਇਹ ਤੁਹਾਨੂੰ ਗੱਲ ਹਿੰਦੁਸਤਾਨ ਤੇ ਪਾਕਿਸਤਾਨ ਦੀ ਡਿਵਾਈਡ ਤੋਂ ਪਹਿਲਾਂ ਦੀ ਗੱਲ ਦੱਸਣਾ ਸਾਧ ਸੰਗਤ 'ਚ। ਇੱਥੋਂ ਦਾ ਇੱਕ ਸੰਤਰਾਮ ਹੋਇਆ, ਸੰਗਤ ਹੋ ਗਈ ਸਾਧ ਸੰਗਤ 'ਚ। ਉਹ ਸੰਤਰਾਮ ਨੂੰ ਲੱਗਾ ਸਾਧਾਂ ਦੀ ਭਾਲ ਕਰਨ। ਮੈਂ ਇਹ ਗੱਲ ਕਰਨਾ ਪਿਆ ਤੁਹਾਡੇ ਚਰਨਾਂ ਦੇ ਵਿੱਚ। ਲੱਗਾ ਸਾਧਾਂ ਦੀ ਭਾਲ ਕਰਨ। ਜਿਉਂ ਇੱਥੋਂ ਡੇਲੋਂ ਤੋਂ ਤੁਰਿਆ, ਚੱਲਦਾ ਸਫ਼ਰ ਕਰਦਾ ਸੰਸਾਰ ਦਾ, ਸੰਤਾਂ ਦਾ ਦਰਸ਼ਨ ਕਰਦਾ, ਡੇਰਿਆਂ ਤੇ ਸਫ਼ਰ ਕਰਦਾ, ਕਿਤੋਂ ਸ਼ਾਂਤੀ ਨਾ ਆਈ ਸਾਧ ਸੰਗਤ 'ਚ, ਸੁੱਖ ਨਾ ਆਇਆ। ਪਿੰਡ ਖੰਡੂ ਵਾਲੀ ਪਹੁੰਚ ਗਿਆ, ਪਾਕਿਸਤਾਨ ਜ਼ਿਲ੍ਹੇ 'ਚ ਸਾਧ ਸੰਗਤ 'ਚ, ਸਿਆਲਕੋਟ ਜ਼ਿਲ੍ਹੇ 'ਚ ਗੁਰੂ ਦੇ ਪਿਆਰੇ। ਖੰਡੂ ਵਾਲੇ ਦੇ ਵਿੱਚ ਮੈਂ ਤੁਹਾਨੂੰ ਅਰਜ਼ ਕੀਤੀ ਵੀ ਆਪਣੇ ਸੰਤ ਜੀ ਮਹਾਰਾਜ ਸੰਤ ਜਗਤ ਸਿੰਘ ਜੀ ਰਹਿੰਦੇ ਸੀ ਸਾਧ ਸੰਗਤ 'ਚ, ਜਿਨ੍ਹਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਆਖਿਆ ਕਿਰਪਾ ਕੀਤੀ ਸੀ, ਜਿਹਨੇ ਮੇਰਾ ਦਰਸ਼ਨ ਕਰਨਾ ਸੰਤਾਂ ਦਾ ਦਰਸ਼ਨ ਕਰ ਲਿਆ ਕਰੋ ਸਾਧ ਸੰਗਤ 'ਚ। ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਤੇ ਵਰ ਦਿੱਤੇ ਸਨ। ਜਦੋਂ ਜਾ ਕੇ ਸੰਤ ਜੀ ਮਹਾਰਾਜ ਦਾ ਦਰਸ਼ਨ ਕੀਤਾ ਨਾ ਤੇ ਮਨ ਸ਼ਾਂਤ ਹੋ ਗਿਆ ਸਾਧ ਸੰਗਤ 'ਚ। ਕਹਿੰਦਾ ਬਸ ਅਸੀਂ ਤਾਂ ਤੋਬਾ ਕਰਦਾ ਹੀ ਨਹੀਂ ਨਾ। ਕਹਿੰਦਾ ਬਸ ਹੁਣ ਇੱਥੇ ਖਲੋ ਗਏ, ਫਿਰ ਗਿਆ ਨਹੀਂ ਕਿਤੇ ਸਾਧ ਸੰਗਤ 'ਚ। ਕਹਿੰਦੇ ਨੇ ਮੈਨੂੰ ਪਤਾ ਨਹੀਂ, ਮੈਨੂੰ ਘੱਟ ਪਛਾਣੇ, ਜਨਮ ਮੇਰਾ ਉੱਧਰ ਦਾ, ਪਰ ਮੈਨੂੰ ਪਤਾ ਨਹੀਂ ਆਪਣੇ ਡੇਰੇ ਦਾ ਸਾਧ ਸੰਗਤ ਜਿਹੜਾ ਸੰਤ ਜੀ ਮਹਾਰਾਜ ਬਣਾਇਆ ਸੀ। ਇੱਕ ਬਾਹਰ ਡੇਰਾ ਸੀ, ਉੱਥੇ ਇੱਕ ਅਸਥਾਨ ਬਣਾਇਆ ਸੀ, ਉੱਥੇ ਸਾਧੂ ਮਹਾਰਾਜ ਤਪ ਕਰਿਆ ਕਰਦੇ ਸੀ। ਗੱਲ ਦਾ ਬੜੀ ਧਿਆਨ ਰੱਖਿਓ ਜੇ, ਜਿਹੜੀ ਮੈਂ ਤੁਹਾਨੂੰ ਸੁਣਾਉਣਾ ਪਿਆ। ਇਸ ਸੰਤਰਾਮ ਨੇ ਉੱਥੇ ਫਿਰ ਤਪ ਕਰਨਾ ਸ਼ੁਰੂ ਕਰਤਾ ਸਾਧ ਸੰਗਤ 'ਚ, ਤਪ ਕਰਨਾ ਸ਼ੁਰੂ ਕਰ ਦਿੱਤਾ। ਇਹ ਵੀ ਸੰਤ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ। ਕਹਿੰਦੇ ਫਿਰ ਅਸੀਂ ਇੰਨਾ ਪਿਆਰ ਤੇ ਸਾਡਾ ਪਿਆਰ ਪ੍ਰੇਮ ਬਣ ਗਿਆ, ਅਸੀਂ ਪੱਗ ਵੱਟ ਭਰਾ ਬਣ ਗਏ ਸਾਧ ਸੰਗਤ। ਉਹ ਵੀ ਸੰਤ ਸੀ, ਜਿਵੇਂ ਤੁਸੀਂ ਬਣ ਜਾਂਦੇ ਆਪਸ 'ਚ ਪਿਆਰ ਬਣ ਜਾਂਦਾ ਹੈ, ਇਸੇ ਤਰ੍ਹਾਂ ਉਹ ਦੋਵੇਂ ਜਿਹੜੇ ਸੀ ਨਾ ਪੱਗ ਵੱਟ ਭਰਾ ਬਣ ਗਏ ਸਾਧ ਸੰਗਤ 'ਚ। ਸਮਾਂ ਬਤੀਤ ਹੁੰਦਾ ਗਿਆ। ਸੰਤਰਾਮ ਸਿਮਰਨ ਕਰਦਾ ਇਸ ਸਟੇਜ ਤੇ ਪਹੁੰਚ ਗਿਆ। ਜਦੋਂ ਬੰਦਗੀ ਲੱਗਿਆ ਨਾ, ਬੰਦਗੀ ਕਰਨੀ ਨਾ, ਆਹ ਬਾਂਹ ਕਿਤੇ ਸੁੱਟ ਛੱਡਣੀ, ਆਹ ਬਾਂਹ ਕਿਤੇ ਸੁੱਟ ਛੱਡਣੀ, ਆਹ ਲੱਤ ਕਿਤੇ ਸੁੱਟ ਛੱਡਣੀ, ਆਹ ਲੱਤ ਕਿਤੇ ਸੁੱਟ ਛੱਡਣੀ ਸਾਧ ਸੰਗਤ 'ਚ, ਧੜ ਕਿਤੇ ਸੁੱਟ ਛੱਡਣਾ ਗੁਰੂ ਦੇ ਪਿਆਰੇ। ਜਿਵੇਂ ਤੁਸੀਂ ਇੰਜਣ ਖੋਲ ਕੇ ਓਵਰਹਾਲ ਕਰ ਦਿੰਦੇ ਹੋ ਨਾ, ਇਸ ਤਰ੍ਹਾਂ ਅੰਗ ਸੁੱਟ ਛੱਡਣੇ ਸਾਰੇ। ਇਹ ਇਹਨਾਂ ਕੋਈ ਕਿਤਾਬੀ ਗੱਲ ਹੈ ਸਾਧ ਸੰਗਤ 'ਚ। ਇਹ ਵੀ ਮੈਂ ਤੁਹਾਨੂੰ ਦਿਖਾਣਾ, ਕਿਤਾਬੀ ਗੱਲ ਨਹੀਂ ਜੇ, ਸਾਡੇ ਡੇਰੇ ਦੀ ਗੱਲ ਹੈ ਸਾਧ ਸੰਗਤ 'ਚ। ਉਹਨੇ ਤਾਪ ਕਰਨਾ ਇਸ ਢੰਗ ਨਾਲ, ਜਦੋਂ ਮਰਜ਼ੀ ਆਉਣਾ ਉਦੋਂ ਸਾਰਾ ਸਰੀਰ ਇਕੱਠਾ ਕਰ ਲੈਣਾ ਸਾਧ ਸੰਗਤ 'ਚ। ਇਹ ਬਿਲਕੁਲ ਦਰੁਸਤ ਗੱਲ ਜੇ ਸਾਧ ਸੰਗਤ 'ਚ, ਇਹ ਨਾ ਤਾਪ ਕਰਨਾ ਗੁਰੂ ਦੇ ਪਿਆਰੇ। ਇੱਕ ਦਿਨ ਸਮਾਂ ਆ ਗਿਆ, ਸਾਡੇ ਪਿੰਡੋਂ ਇੱਕ ਕਰਤਾਰ ਸਿੰਘ ਜੀ ਸਾਡੇ ਨਾਲ ਸਾਧ ਸੰਗਤ 'ਚ, ਉਹ ਖੂਹ ਜੋੜਨ ਵਾਸਤੇ ਨਾ ਆਪਣੇ ਬੈਲ ਲੈ ਕੇ ਗਿਆ ਤੇ ਉਹਨੇ ਕੀ ਵੇਖਿਆ, ਸਾਧੂ ਦਾ ਅੰਗ ਹੋਇਆ ਹੈ। ਕਹਿੰਦੇ ਨੇ ਤੂੰ ਰਾਤ ਵੱਢ ਗਿਆ ਕੋਈ ਨੂੰ ਕੋਈ। ਕਹਿੰਦਾ ਮੈਂ ਜਾ ਕੇ ਸੰਤਾਂ ਨੂੰ ਦੱਸਾਂ ਵੀ ਸੰਤ ਜੀ ਆਪਣਾ ਇੰਤਜ਼ਾਮ ਕਰ ਲਓ, ਅੰਗਰੇਜ਼ੀ ਰਾਜ ਹੈ, ਉਦੋਂ ਖੂਨ ਦਾ ਮੁੱਲ ਪੈਂਦਾ ਸੀ, ਹੁਣ ਤੇ ਤੁਸੀਂ 4 ਪੈਸੇ ਤਿਆਰ ਕਰੋ, ਜਿੰਨੇ ਮਰਜ਼ੀ ਵੱਢੀ ਜਾਓ ਸਾਧ ਸੰਗਤ। ਬੰਦਿਆਂ ਦੇ ਕਾਹਦਾ ਗੱਲ ਗੁਰੂ ਦੇ ਪਿਆਰੇ, ਸਭ ਤੋਂ ਅੱਜ ਬੰਦਾ ਸਸਤਾ ਹੋਇਆ ਸਾਧ ਸੰਗਤ 'ਚ। ਇਹ ਸਸਤਾ ਗੁਰੂ ਦੇ ਪਿਆਰੇ। ਇਹ ਆਪਣਾ ਇੰਤਜ਼ਾਮ ਕਰ ਲਓ, ਕੋਈ ਕਿਸੇ ਨੇ ਜਾ ਕੇ ਦੱਸਿਆ ਨਾ ਥਾਣੇ ਵਿੱਚ ਤੇ ਫੜ ਕੇ ਲੈ ਜਾਣਗੇ ਤੁਹਾਨੂੰ ਸਾਧ ਸੰਗਤ 'ਚ। ਮੈਂ ਜਾ ਕੇ ਸੰਤਾਂ ਨੂੰ ਦੱਸਾਂ, ਆਪਣੇ ਬਲਦ ਬੈਲ ਬੰਨ੍ਹ ਦਿੱਤੇ ਤੇ ਪਿਛਾਂ ਨੂੰ ਪਰਤਿਆ। ਜਦੋਂ ਕੋਈ ਫਰਲਾਂਗ ਕੋ ਗਿਆ ਨਾ ਤੇ ਸਾਧੂ ਅੱਗੇ ਕੋਈ ਖਲੋ ਗਿਆ। ਕਹਿੰਦਾ ਕਿੱਥੇ ਚੱਲੇ ਆ? ਕਹਿੰਦਾ ਮੈਂ ਗਿਆ ਸਾਂ ਡੇਰੇ ਤੇ ਸੰਤਾਂ ਦੇ, ਤੇ ਉੱਥੇ ਸਾਧੂ ਨੂੰ ਰਾਤ ਨੂੰ ਵੱਢ ਗਿਆ ਕੋਈ, ਤੇ ਮੈਂ ਜਾ ਕੇ ਸੰਤਾਂ ਨੂੰ ਦੱਸਣ ਚੱਲਿਆ ਵੀ ਆਪਣੇ ਇੰਤਜ਼ਾਮ ਕਰ ਲਓਗੇ।
ਕਹਿੰਦਾ ਤੂੰ ਪਛਾਤਾ ਨਹੀਂ ਮੈਨੂੰ, ਮੈਂ ਤਾਂ ਤੇਰੇ ਸਾਹਮਣੇ ਖਲੋਤਾ ਵਾਂ। ਕਹਿੰਦਾ ਕਮਾਲ ਹੈ, ਮੈਂ ਤੇਰੇ ਸਾਹਮਣੇ ਖਲੋਤਾ। ਅੱਜ ਸੰਤ ਜੀ ਮਾੜੀ ਜੀ ਬੰਦਗੀ ਕਰੇ ਤੇ ਬੋਰਡ ਛਪ ਜਾਂਦੇ ਨੇ, ਸਾਡੇ ਚੁਰਸਤਿਆਂ ਦੇ ਲੱਗ ਜਾਂਦੇ ਨੇ, ਅਖਬਾਰਾਂ ਦੇ ਵਿੱਚ ਕੀ, ਰਸਾਲਿਆਂ ਵਿੱਚ ਕੀ, ਫਲਾਣਾ ਸੰਤ ਫਲਾਣਾ ਸੰਤ ਫਲਾਣਾ ਸੰਤ। ਤੇ ਇਹ ਨਹੀਂ ਪਤਾ ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ, ਹੁਣ ਜੀ ਕੋ ਖੁਦਾਏ ਦੇ ਤੇ ਭੇਤ ਨਾ ਕਿਸੇ ਦੇਣ। ਸਾਧ ਸੰਗਤ ਚ ਜਿੱਥੋਂ ਆਪਾਂ ਦੂਰ ਚਲੇ ਜਾਂਦੇ ਹਾਂ ਗੁਰੂ ਦੇ ਪਿਆਰੇ। ਕਹਿੰਦਾ ਤੇਰੇ ਸਾਹਮਣੇ ਮੈਂ ਖਲੋਤਾ ਤੇ ਹੈ ਵਾਂ। ਕਹਿੰਦਾ ਹੁਣ ਮੇਰੀ ਗੱਲ ਸੁਣ ਲੈ, ਮੇਰਾ ਪਰਦਾ ਨਾ ਜ਼ਾਹਰ ਕਰੀ। ਹੁਣ ਵੇਖਿਓ ਜੇ ਬੰਦਗੀ ਮਾਰਗ ਵੇਖਿਓ ਤੁਸੀਂ, ਅਸੀਂ ਆ ਨਾ ਸਾਨੂੰ ਸਿਰੋਂ ਪਾਓ ਦਿਓ, ਆਹ ਸਾਡੀ ਸਿਫਤਾਂ ਕਰੋ, ਇਹ ਕਰੋ, ਵੇ ਹੋਵੇ, ਤੇ ਬੰਦਗੀ ਕਿੱਥੇ ਜਾਂਦੀ ਹੈ ਪਈ। ਕਹਿੰਦਾ ਮੇਰੀ ਗੱਲ ਸੁਣ ਲਈ ਧਿਆਨ ਦੇ ਨਾਲ, ਆਹ ਮੇਰਾ ਪਾਜ ਨਾ ਉਧਾੜੀ ਕਿਤੇ ਸਾਧ ਸੰਗਤ 'ਚ, ਦੱਸੀ ਨਾ ਕਿਸੇ ਨੂੰ। ਜੇ ਮੇਰਾ ਪਾਜ ਤੂੰ ਆਪਣੇ ਅੰਦਰ ਰੱਖਿਆ, ਕਿਸੇ ਨੂੰ ਨਾ ਦੱਸਿਆ, ਜਾਂ ਤੇਰੀਆਂ ਕੁੱਲਾਂ ਤਾਰ ਦਿਆਂਗਾ ਸਾਧ ਸੰਗਤ 'ਚ। ਤੇ ਜੇ ਦੱਸ ਦਿੱਤਾ ਤੇਰੀਆਂ ਜੜ੍ਹਾਂ ਪੁੱਟ ਦਿਆਂਗਾ ਗੁਰੂ ਦੇ ਪਿਆਰੇ। ਆ ਜੇ ਸਾਧੂ ਮਤਾ ਸਾਧ ਸੰਗਤ 'ਚ। ਸੱਜਣੋ ਤੁਸੀਂ ਜਾ ਕੇ ਕਿਤੇ ਆਓਗੇ, ਵਿਖਾਓ ਕੋਈ DSP ਉਹਦਾ ਪੁੱਤਰ ਬਣਿਆ, ਕੋਈ SP ਬਣਿਆ, ਕੋਈ ਮੇਜਰ ਬਣਿਆ ਸਾਧ ਸੰਗਤ 'ਚ। ਇੱਥੋਂ ਹੁਣ ਚੱਲਦਾ ਪਿਆ ਗੁਰੂ ਦੇ। ਸਾਡੇ ਪਿੰਡ ਦੀ ਗੱਲ ਹੈ ਸਾਧ ਸੰਗਤ 'ਚ। ਮੈਂ ਅਰਜ਼ ਕਰਦਾ ਸੀ ਪਿਆ, ਇਹ ਸੀ ਸਾਧਾਂ ਦੀ ਪਛਾਣ ਸਾਧ ਸੰਗਤ 'ਚ। ਇਬਰਾਹਿਮ ਬਾਦਸ਼ਾਹ ਜਦੋਂ ਸਾਰਾ ਫਿਰਦਾ ਨਾ ਕੋਈ ਸਾਧੂ ਦੀ ਪ੍ਰਾਪਤ, ਕਾਂਸ਼ੀ ਅਪੜ ਗਿਆ ਸਾਧ ਸੰਗਤ 'ਚ। ਕਾਂਸ਼ੀ 'ਚ ਕੌਣ ਸੀ? ਮਹਾਤਮਾ ਕਬੀਰ ਜੀ ਗੁਰੂ ਦੇ ਪਿਆਰੇ। ਕਿਸੇ ਨੂੰ ਪੁੱਛਦਾ ਪਛਾਣਦਾ ਜਦੋਂ ਕਬੀਰ ਦੇ ਦਰ ਤੇ ਗਿਆ, ਜਾ ਕੇ ਨਮਸਕਾਰ ਕੀਤੀ, ਹੱਥ ਜੋੜ ਕੇ ਖਲੋ ਗਿਆ, ਮਹਾਤਮਾ ਕਬੀਰ ਜੀ ਭਗਤ ਜੀ ਮੈਨੂੰ ਆਪਣਾ ਸ਼ਿਸ਼ ਬਣਾ ਲਓ। ਕਬੀਰ ਜੀ ਕਹਿੰਦੇ ਨੇ, ਓਏ ਗੁਰਮੁਖਾ, ਓਏ ਤੂੰ ਬਾਦਸ਼ਾਹ ਤੇ ਮੈਂ ਗਰੀਬ ਜੁਲਾ, ਤੇਰਾ ਮੇਰਾ ਮੇਲ ਕਾਹਦਾ ਹੈ? ਇਸ ਵਾਰ ਤੇਰਾ ਮੇਰਾ ਮੇਲ ਕੋਈ ਨਹੀਂ ਗਾ। ਇਬਰਾਹਿਮ ਬਾਦਸ਼ਾਹ ਕਹਿੰਦਾ, ਇਹ ਭਗਤ ਜੀ, ਮੈਂ ਜਿਹੜਾ ਤੇਰੇ ਪਾਸ ਪਹੁੰਚਾ, ਤੇਰੀ ਸਰਨ ਵਿੱਚ ਆ, ਮੈਂ ਬਾਦਸ਼ਾਹ ਬਣ ਕੇ ਨਹੀਂ ਆਇਆ, ਮੈਂ ਤੇਰਾ ਸ਼ਿਸ਼ ਬਣ ਕੇ ਆਇਆ ਸਾਧ ਸੰਗਤ 'ਚ, ਮੈਨੂੰ ਆਪਣਾ ਸ਼ਿਸ਼ ਬਣਾ। ਕਹਿੰਦਾ ਓਏ ਇਹ ਤੁਹਾਡਾ ਮਾਰਗ ਨਹੀਂ ਹੈ, ਇਹ ਭਗਤੀ ਮਾਰਗ ਹੈ ਸਾਧ ਸੰਗਤ 'ਚ। ਤੁਹਾਡਾ ਜੀਵਨ ਬਹੁਤ ਸੁਖਾਲਾ ਹੋ ਚੁੱਕਾ ਹੈ ਸਾਧ ਸੰਗਤ 'ਚ, ਇਸ ਵਾਸਤੇ ਮੁੜ ਜਾ ਪਿਛਾਂ ਨੂੰ, ਜਾ ਤੁਰ ਜਾ। ਜਦੋਂ 1 2 4 ਬਿਆਨ ਹੋਏ ਤੇ ਕੋਲ ਲੋਈ ਬੈਠੀ ਸੀ। ਲੋਈ ਕਹਿੰਦੀ ਹੈ, ਸਵਾਮੀ ਜੀ ਜੇ ਤਰਲੇ ਕਰਦਾ ਪਿਆ ਤੇ ਤੁਹਾਡਾ ਕੀ ਜਾਂਦਾ ਹੈ? ਕੀ ਪਤਾ ਹੁੰਦਾ ਪਰਮੇਸ਼ਰ ਦੇ ਘਰ ਦਾ। ਜਦੋਂ ਲੋਈ ਦੇ ਮਨ 'ਚ ਰਹਿਮ ਆਇਆ ਤੇ ਕਬੀਰ ਜੀ ਨੇ ਹਾਂ ਕਰ ਦਿੱਤੀ ਸਾਧ ਸੰਗਤ 'ਚ। ਇਬਰਾਹਿਮ ਬਾਦਸ਼ਾਹ ਸ਼ਿਸ਼ ਬਣ ਗਿਆ ਮਹਾਤਮਾ ਕਬੀਰ ਜੀ ਦਾ, ਲੱਗਾ ਸੇਵਾ ਕਰਨ, ਗੁਰਮੰਤਰ ਦੇ ਦਿੱਤਾ, ਲੱਗਾ ਬੰਦਗੀ ਕਰਨ 6 ਸਾਲ ਬਤੀਤ ਹੋ ਗਏ ਸਾਧ ਸੰਗਤ 'ਚ। ਲੋਈ ਕਹਿੰਦੀ ਹੈ, ਸਵਾਮੀ ਜੀ ਇਹਨੂੰ ਕੁਛ ਦਿਓ, ਇਹ ਰਾਜਾ ਹੈ, ਅਸੀਂ ਗਰੀਬ ਜੁਲਾਏ ਹਾਂ, ਜੋ ਦੇਨੇ ਆ ਉਹ ਖਾ ਲੈਂਦਾ, ਜੋ ਕਹਿੰਦੇ ਆ ਉਹ ਕਰਦਾ, ਜਿੱਥੇ ਮਰਜ਼ੀ ਹੈ ਬਿਠਾਈ ਉੱਥੇ ਬਹਿ ਰਹਿੰਦਾ, ਤੇ ਇਹਨੂੰ ਕੋਈ ਦਿਓ ਵਿਚਾਰੇ ਨੂੰ। ਹੁਣ ਕਬੀਰ ਕਹਿੰਦੇ ਨੇ, ਲੋਈ ਇਹਦਾ ਜੇ ਮਨ ਨਹੀਂ ਬਣਿਆ, ਮੈਂ ਕੀ ਕਰਾਂ, ਇਹਦਾ ਮਨ ਨਹੀਂ ਬਣਿਆ। ਇਹ ਸਵਾਮੀ ਜੀ ਇਹ ਰਾਜਾ ਅਸੀਂ ਜੁਲਾਏ ਕਬੀਰ ਗਰੀਬ, ਤੇ ਇਹਨੂੰ ਜੋ ਆਨੇ ਆ, ਜੋ ਕਹਿੰਦੇ ਆ ਉਹ ਕਰਦਾ, ਉਹ ਬੋਲਦਾ, ਉਹ ਸੌਂਦਾ, ਤੇ ਉਹ ਹੀ ਸਾਡੇ ਪਾਸੇ ਨਹੀਂ। ਤੁਸੀਂ ਅਜੇ ਵੀ ਕਹਿੰਦੇ ਇਹਦਾ ਮਨ ਨਹੀਂ ਬਣਿਆ। ਕਹਿੰਦੇ ਨਹੀਂ ਲੋਈ ਬਣਿਆ ਮਨ ਇਹਦਾ। ਮੈਂ ਤੁਹਾਡੇ ਚਰਨ 'ਚ ਪ੍ਰਾਰਥਨਾ ਕਰ ਚੁੱਕਾ, ਆਹ ਜਿਹੜਾ ਤੁਸੀਂ ਸੇਵਾ ਕਰਦੇ ਹੋ, ਸਿਮਰਨ ਕਰਦੇ ਹੋ, ਨਾਮ ਜਪਦੇ ਹੋ, ਬਾਣੀ ਪੜ੍ਹਦੇ ਹੋ, ਇਹਦੇ ਨਾਲ ਸਰੀਰਾਂ ਨੇ ਨਹੀਂ ਬਦਲਣਾ, ਇਹਦੇ ਨਾਲ ਮਨਾਂ ਨੇ ਬਦਲਣਾ ਸਾਧ ਸੰਗਤ 'ਚ। ਇਹਦਾ ਮਨ ਨਹੀਂ ਬਦਲਿਆ। ਲੋ ਗੁਰੂ ਦੇ ਪਿਆਰਿਓ, ਅੱਛਾ ਤੇ ਮਹਾਰਾਜ ਹੋਰ ਕਿਵੇਂ ਮਨ ਬਦਲਣਾ? ਕਹਿੰਦੇ ਲੋਈ ਫਿਰ ਜੇ ਵੇਖਣੇ ਨਾ ਗੱਲ ਤੇ ਤੈਨੂੰ ਵਿਖਾ ਦਿੰਦੇ ਆ, ਇਹ ਵਿਖਾ ਦਿਓ। ਅਸੀਂ ਇਸ ਤਰ੍ਹਾਂ ਕਰ, ਆ ਸਾਰੇ ਆਪਣੇ ਵਿਹੜੇ 'ਚ ਨਾ ਝਾੜੂ ਬੋਕਰ ਬੁਹਾਰੀ ਫੇਰ ਲੈ, ਕੂੜਾ ਕਰਕਟ ਇਕੱਠਾ ਕਰ ਲੈ, ਇੱਕ ਟੋਕਰੀ 'ਚ ਪਾ ਲੈ, ਟੋਕਰੀ ਪਾ ਕੇ ਨਾ ਤੇ ਆਪਣੇ ਕੋਠੇ 'ਤੇ ਚੜ੍ਹ ਜਾ, ਉੱਥੇ ਬਹਿ ਕੇ ਉੱਥੇ ਕੋਠੇ 'ਤੇ ਚੜ੍ਹ ਕੇ ਨਾ ਤੇ ਮੈਂ ਇਹਨੂੰ ਬਾਹਰ ਭੇਜਾਂਗਾ। ਜਦੋਂ ਇਹ ਬਾਹਰ ਨਿਕਲੇਗਾ ਨਾ, ਇਹਦੇ ਮਾਰੇ ਸਿਰ ਦੇ ਵਿੱਚ ਟੋਕਰਾ, ਉਹ ਜਿਹੜਾ ਕੂੜਾ ਕਰਕਟ ਹੋਵੇਗਾ, ਤੇ ਜੋ ਆਖੇਗਾ ਨਾ ਮੈਨੂੰ ਦੱਸੀ ਆ ਕੇ। ਫਿਰ ਕਹਿੰਦੀ ਸੱਚੇ ਪਾਤਸ਼ਾਹ ਅੱਛਾ ਸਾਧ ਬੱਚਾ ਜੀ। ਉਹਨੇ ਸਾਰੇ ਵਿਹੜੇ 'ਚ ਆਪਣਾ ਬੋਕਰ ਬੁਹਾਰੀ ਫੇਰ ਲਿਆ, ਉਹ ਜੋ ਕੂੜਾ ਕਰਕਟ ਇਕੱਠਾ ਹੋਇਆ ਨਾ ਉਹ ਇੱਕ ਟੋਕਰੀ 'ਚ ਪਾ ਲਿਆ, ਟੋਕਰੀ 'ਚ ਪਾ ਕੇ ਆਪਣੇ ਕੋਠੇ 'ਤੇ ਚੜ੍ਹ ਗਈ। ਤੇ ਕਬੀਰ ਜੀ ਕਹਿੰਦੇ ਨੇ, ਐ ਪੁੱਤ ਉਹ ਜਾ ਮੇਰੀ ਚੀਜ਼ ਬਾਹਰ ਪੀ ਜਾ ਕੇ ਫੜ ਕੇ ਲਿਆ ਜਾ ਕੇ। ਇਬਰਾਹਿਮ ਬਾਦਸ਼ਾਹ ਤੋਂ ਚੱਲ ਪਿਆ ਸਾਧ ਸੰਗਤ 'ਚ। ਜਦੋਂ ਨਿਕਲਿਆ ਨਾ ਦਰਵਾਜ਼ੇ ਤੋਂ, ਲੋਈ ਨੇ ਮਾਰਿਆ ਭੁਆ ਕੇ ਸਿਰ ਦੇ ਵਿੱਚ ਸਾਧ ਸੰਗਤ 'ਚ। ਉਹ ਤਾਂ ਉਹਨੂੰ ਵੇਖਿਓ, ਉਹ ਲੋਈ ਕੂੜਾ ਸੁੱਟਦੀ ਨਾ ਥੋੜ੍ਹੀ ਪਿਛਾਂ ਨੂੰ ਹੋ ਗਈ, ਵੀ ਮੈਂ ਦਿਸਾਂ ਨਾ। ਪਿਛਾਂ ਨੂੰ ਵੇਖ ਕੇ ਨਾ ਆਂਦਾ, ਕਾਸ਼ ਅੱਜ ਕਿਤੇ ਬਲਖ ਬਕਾਰੇ ਹੁੰਦਾ, ਇਹਦਾ ਮੁੱਲ ਪਾਉਂਦਾ, ਇਹਦਾ ਮੁੱਲ ਪਾਉਂਦਾ ਕੋਈ। ਜਿਹੜਾ ਤੂੰ ਕੂੜਾ ਸੁੱਟਿਆ ਮੈਂ ਕਿਸ ਨਾ ਬਲਖ ਬਖਾਰੇ ਦਾ ਮੁੱਲ ਪਾਉਂਦਾ ਕੋਈ। ਲੋਈ ਥੱਲੇ ਉੱਤਰ ਆਈ, ਕਹਿੰਦਾ ਲੋਈ ਕੋਈ ਬੋਲਿਆ ਕੁਛ ਕਿ ਨਹੀਂ? ਅਖੇ ਮਹਾਰਾਜ
ਉਹ ਜਦੋਂ ਮੈਂ ਕੂੜਾ ਸੁੱਟਿਆ ਨਾ ਤੇ ਮੇਰੇ ਵੱਲੋਂ ਵੇਖ ਕੇ ਨਾ ਆਂਦਾ, ਕਾਸ਼ ਜੇ ਮੈਂ ਅੱਜ ਕਿਤੇ ਬਲਖ ਬੁਖਾਰੇ ਹੁੰਦਾ ਤੇ ਇਹਦਾ ਮੁੱਲ ਪਾਉਂਦਾ ਮੈਂ ਅੱਜ ਸਾਧ ਸੰਗਤ 'ਚ। ਕਹਿੰਦੇ ਲੋਈ ਤੈਨੂੰ ਆਖਿਆ ਦਾ ਮਨ ਨਹੀਂ ਬਣਿਆ ਜੇ, ਜਿਹਦੇ ਚ ਹੈ ਜੇ ਮੈਂ ਹੈ ਦੇ ਅੰਦਰ ਚ। ਕਹਿੰਦੇ ਨੇ ਏਸ ਫਕੀਰੀ ਚੋਲੇ ਉਤੋਂ ਪਸ਼ੂ ਪੰਖੇਰੀ ਵਿਸੇ, ਤੇਰੇ ਕੋਲ ਪਾਣੀ ਦਾ ਚਸ਼ਮਾ ਮੇਰੇ ਘੁੱਟ ਨਾ ਹਿੱਸੇ। ਛਿੜਕ ਗਿਆ ਜੇ ਪੈਰ ਪਹਾੜੋਂ, ਤੇਰਾ ਖੋਜ ਖੁਰਾ ਨਾ ਦਿਸੇ। ਕਾਲੀ ਦਾਸਾ ਮੈਂ ਸਭ ਵਿੱਚ ਵੜ ਗਈ, ਮਿਲੀ ਗਰੀਬੀ ਕਿਸੇ। ਇਹ 'ਚ ਮੈਂ ਬੋਲਦੀ ਹੈ ਜੀ ਪਈ ਸਾਸੰਗ, ਜਿੱਥੇ ਮੈਂ ਉੱਥੇ ਤੂੰ ਨਹੀਂ ਗੁਰੂ ਦੇ ਪਿਆਰਿਓ। ਇਹ ਜੇ ਤੁਸੀਂ ਸਾਸੰਗ ਕਰਦੇ ਹੋ ਨਾ ਪਏ, ਇਹ ਕਥਾ ਕਰ ਸੁਣਦੇ ਹੋ ਪਏ, ਨਾਮ ਜਪਦੇ ਹੋ ਪਏ, ਇੱਥੇ ਮੈਂ ਨੂੰ ਖਤਮ ਕਰਨਾ, ਤੂੰ ਨੂੰ ਪ੍ਰਗਟ ਕਰਨਾ, ਬਸ ਇੰਨਾ ਹੀ ਗੱਲ ਜੇ ਸਾਧ ਸੰਗਤ 'ਚ, ਹੋਰ ਕੁਛ ਨਹੀਂ ਕਰਨਾ ਗੁਰੂ ਦੇ ਪਿਆਰਿਓ। ਇੱਥੇ ਮੈਂ ਨੂੰ ਖਤਮ ਕਰਨਾ ਹੈ ਤੇ ਤੂੰ ਨੂੰ ਪ੍ਰਗਟ ਕਰਨਾ ਗੁਰੂ ਦੇ ਪਿਆਰੇ। ਤੂੰ ਕਰਤਾ ਤੂੰ ਹੁਆ, ਮੁਝ में रहा न हूँ, जब आपा पर गया मिट गया तो जब देखा था तू। बस इत्थे ही करना जी साध संगत 'ਚ। ਲੋਈਏ ਦੇ ਅੰਦਰ ਹੰਕਾਰ ਹੈ ਅਜੇ। ਕਹਿੰਦੀ 7 ਬਚਨ ਕਰਦਿਆਂ 6 ਸਾਲ ਹੋਰ ਬਤੀਤ ਹੋ ਗਏ ਸਾਧ ਸੰਗਤ 'ਚ। ਮੁੱਖ ਦੀ ਗੱਲ ਕਰੀਏ ਆਪਾਂ, 6 ਸਾਲ ਹੋਰ ਬਤੀਤ ਹੋ ਗਏ। ਕਹਿੰਦੇ ਲੋਈ ਹੁਣ ਇਹਦਾ ਮਨ ਬਦਲ ਗਿਆ, ਹੁਣ ਇਹਦਾ ਮਨ ਬਣ ਗਿਆ ਸਾਧ ਸੰਗਤ 'ਚ। ਹੁਣ ਮੈਂ ਤੇਰੀ ਗੱਲ ਮੰਨਣਾ। ਕਹਿੰਦੀ ਸਵਾਮੀ ਜੀ ਕੀ ਮਨ ਬਦਲਿਆ ਦਾ? ਉਸੇ ਤਰ੍ਹਾਂ ਹੀ ਉਹ ਹੀ ਅਸੀਂ ਹਾਂ, ਉਹ ਇਹ ਹੈ, ਜੋ ਦਿੰਦੇ ਹਾਂ ਉਹ ਖਾਂਦਾ ਹੈ, ਜੋ ਕਹਿੰਦੇ ਆ ਉਹ ਕਰਦਾ ਹੈ, ਜਿੱਥੇ ਕਹਿੰਦੇ ਆ ਉੱਥੇ ਪੈ ਰਹਿੰਦਾ ਹੈ। ਤੇ ਇਹਦਾ ਹੁਣ ਕੀ ਹੋ ਗਿਆ ਅੱਗੇ ਨਾਲੋਂ? ਕਹਿੰਦੇ ਨਹੀਂ ਲੋਈ ਹੁਣ ਇਹਦਾ ਮਨ ਬਣ ਗਿਆ ਸਾਧ ਸੰਗਤ 'ਚ, ਇਹਦਾ ਮਨ ਬਣ ਗਿਆ ਹੁਣ। ਕਹਿੰਦੇ ਸਵਾਮੀ ਜੀ ਮੈਨੂੰ ਤਾਂ ਕੋਈ ਅੰਤਰ ਜਾਪਦਾ ਨਹੀਂ ਪਿਆ। ਕਹਿੰਦੇ ਲੋਈ ਵੇਖਣਾ ਹੀ ਫਿਰ। ਆਹੋ ਇਸ ਤਰ੍ਹਾਂ ਕਰ, ਲੈਟਰਨ ਪਿਸ਼ਾਬ ਗਲੀਆਂ ਸੜੀਆਂ ਸਬਜ਼ੀਆਂ ਸੜਿਆਂ ਦਿਵਾਲੀਆਂ ਸਭ ਇਕੱਠੀਆਂ ਕਰ ਲੈ, ਸਭ ਇਕੱਠੀਆਂ ਕਰ ਲੈ ਤੇ ਉੱਥੇ ਕੋਠੇ 'ਤੇ ਚੜ੍ਹ ਜਾ ਤੇ ਮੈਂ ਇਹਨੂੰ ਆਪਣੇ ਅੰਦਰੋਂ ਇੱਕ ਕੰਮ ਲੈਣ ਭੇਜਾਂਗਾ ਤੇ ਤੂੰ ਮਾਰੀ ਦੇ ਸਿਰ ਦੇ ਵਿੱਚ ਤੇ ਜੋ ਆਖੇਗਾ ਫਿਰ ਆ ਕੇ ਮੈਨੂੰ ਦੱਸੀ, ਆ ਕੇ ਸਾਧ ਸੰਗਤ 'ਚ ਫਿਰ ਆ ਕੇ ਮੈਨੂੰ ਦੱਸੀ। ਕਹਿੰਦੀ 7 ਬਚਨ ਲੋਈ ਨੇ ਜੋ ਸੜਿਆਂ ਦਸੀ, ਸਬਜ਼ੀਆਂ ਸੜੀਆਂ ਗਲੀਆਂ ਲੈਟਰਨ ਪਿਸ਼ਾਬ ਆਦਿ ਸਾਰੇ ਇਕੱਠੇ ਕਰ ਲਏ, ਇੱਕ ਪੀਪੇ 'ਚ ਪਾ ਲਏ। ਪੀਪੇ 'ਚ ਪਾ ਕੇ ਤੇ ਉੱਪਰ ਚੜ੍ਹ ਗਏ ਸਾਧ ਸੰਗਤ 'ਚ। ਜਦੋਂ ਲੋਈ ਚਲੀ ਗਈ ਨਾ ਉੱਪਰ ਤੇ ਕਬੀਰ ਜੀ ਕਹਿੰਦੇ ਨੇ ਐ ਪੁੱਤ ਉਹ ਬਾਹਰ ਨਾ ਜਾ, ਜਰਾ ਕਿੱਥੇ ਮੈਨੂੰ ਕੰਮ ਹੈ ਤੇ ਮੇਰੀ ਚੀਜ਼ ਫੜ ਕੇ ਲਿਆ। ਕਹਿੰਦੇ 7 ਬਚਨ। ਉਹ ਜਦੋਂ ਨਿਕਲਿਆ ਨਾ ਦਰਵਾਜ਼ੇ ਤੋਂ ਬਾਹਰ, ਲੋਈ ਨੇ ਮਾਰਿਆ ਸਿਰ 'ਚ ਸਾਧ ਸੰਗਤ 'ਚ। ਜਦੋਂ ਸਿਰ 'ਚ ਪਿਆ ਤੇ ਰੰਗ ਲਾਲ ਸੁਆਹ ਹੋ ਗਿਆ ਸਾਧ ਸੰਗਤ 'ਚ। ਕਹਿੰਦਾ ਓਏ ਉਹ ਆ ਲੈਟਰਨ ਸੁੱਟਣ ਵਾਲੇ ਆ, ਓਏ ਪਿਸ਼ਾਬ ਸੁੱਟਣ ਵਾਲੇ ਆ, ਆਹ ਗਲੀਆਂ ਸੜੀਆਂ ਸਬਜ਼ੀ ਸੁੱਟਣ ਵਾਲੇ ਆ, ਹੋਰ ਮਾਰ ਮੇਰੇ ਸਿਰ ਦੇ ਵਿੱਚ। ਇਹ ਮਨ ਤਾਂ ਹੀ ਸੁਧਰਨਾ ਸਾਧ ਸੰਗਤ 'ਚ, ਇਹ ਮਨ ਤਾਂ ਸੁਧਰਨਾ ਗੁਰੂ ਦੇ ਪਿਆਰੇ। ਮਨ ਦੀਆਂ ਗੱਲਾਂ ਨੇ ਸਾਧ ਸੰਗਤ 'ਚ, ਇਹਨੇ ਮਨ ਨੇ ਤਾਂ ਸੁਧਰਨਾ, ਹੋਰ ਸੁੱਟ ਇਹਦੇ 'ਚ। ਲੋਈ ਥੱਲੇ ਉਤਰੀ। ਕਹਿੰਦੇ ਕਬੀਰ ਕਹਿੰਦੇ ਨੇ ਲੋਈ ਇਹਨੇ ਕੋਈ ਗੱਲ ਕੀਤੀ ਹੈ? ਹਾਂ ਮਹਾਰਾਜ ਕੀਤੀ ਸੂ। ਇਹ ਕੀ? ਅਖੇ ਜਦੋਂ ਲੰਘਣ ਲੱਗਾ ਨਾ ਤੇ ਉਹ ਲੈਟਰਨ ਪਿਸ਼ਾਬ ਗਲੀਆਂ ਸੜੀਆਂ ਸਬਜ਼ੀਆਂ ਮੈਂ ਇਹਦੇ ਸਿਰ 'ਚ ਮਾਰੀਆਂ ਤੇ ਇਹਦਾ ਲਾਲ ਸੁਆਹ ਰੰਗ ਹੋ ਗਿਆ। ਇੰਨੀ ਖੁਸ਼ੀ ਚੜ੍ਹ ਗਈ ਤੇ ਕਹਿੰਦਾ ਸੁੱਟਣ ਵਾਲਾ ਹੋਰ ਮਾਰੇ ਸਿਰ ਦੇ। ਇਹਨੇ ਤਾਂ ਬੰਦਾ ਬਣਨਾ ਸਾਧ ਸੰਗਤ 'ਚ। ਸੱਜਣੋ ਖਿਮਾ ਰੱਖਿਓ ਜੇ, ਇਸ ਮਨ ਨੂੰ ਬੱਕਰੇ ਵਾਂਗ ਪਾਲਦੇ ਆ ਪਏ ਅਸੀਂ ਸਾਧ ਸੰਗਤ 'ਚ। ਇਹ ਨਹੀਂ ਪਤਾ ਇਸ ਬੱਕਰੇ ਨੇ ਤਲਵਾਰ ਥੱਲੇ ਕਿਸੇ ਦਿਨ ਆਉਣਾ ਸਾਧ ਸੰਗਤ 'ਚ। ਇਹਨੂੰ ਪਾਲਦੇ ਆ ਪਏ ਤੇ ਬੰਦਗੀ ਦਾ ਆਨੰਦ ਮਾਣਨੇ ਪਏ ਸਾਧ ਸੰਗਤ 'ਚ। ਧਿਆਨ ਤੇ ਦਿਓ ਇਹਨਾਂ ਗੱਲਾਂ ਦਾ ਗੁਰੂ ਦੇ ਪਿਆਰੇ। ਆਪਾਂ ਕਿੱਥੇ ਆ ਤੇ ਬੰਦਗੀ ਮਾਰ ਕੀ ਆ ਗੁਰੂ ਦੇ ਪਿਆਰੇ। ਲੋਈ ਹੁਣ ਇਹਦਾ ਮਨ ਬਣ ਗਿਆ, ਬੜਾ ਹੀ ਪ੍ਰਸੰਨ ਸਾਧ ਸੰਗਤ 'ਚ, ਬੜਾ ਹੀ ਪ੍ਰਸੰਨ ਗੁਰੂ ਦੇ ਪਿਆਰੇ। ਕਹਿੰਦੇ ਲੋਈ ਹੁਣ ਨਾਮ ਦੇਣ ਦੇ ਯੋਗ ਹੈ ਸਾਧ ਸੰਗਤ 'ਚ। ਅਸੀਂ ਕਹਿੰਦੇ ਹਾਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜਿਹੜਾ ਧੱਕੇ ਨਾਲ ਨਾਮ ਦਿੰਦਾ ਸਾਨੂੰ ਪਿਆ ਸਾਧ ਸੰਗਤ 'ਚ। ਧੱਕੇ ਨਾਲ ਗੁਰੂ ਦੇ ਪਿਆਰੇ ਅਸੀਂ ਫਿਰ ਨਹੀਂ ਪ੍ਰਾਪਤ ਕਰਦੇ ਪਏ ਸਾਧ ਸੰਗਤ 'ਚ, ਫਿਰ ਨਹੀਂ ਸਿਮਰਨ ਕਰਦੇ ਪਏ। ਕਿੰਨੇ ਕੁ ਉਸ ਅਕਾਲ ਪੁਰਖ ਦੇ ਸਤਿਗੁਰ ਦੇ ਪਰਉਪਕਾਰ ਨੇ ਸਾਡੇ ਸਾਧ ਸੰਗਤ 'ਚ। ਆ ਜਿਹੜਾ ਗੁਰੂ ਨਾਨਕ ਦੇ ਦਰ ਨੇ, ਆ ਗੁਰੂ ਨਾਨਕ ਦੇ ਘਰ ਨੇ ਸਾਡੇ 'ਤੇ ਕਿਰਪਾ ਕੀਤੀ। ਇਹਦੋਂ ਕਿਰਪਾ ਹੋਰ ਕਿੰਨੀ ਕੁ ਹੋ ਸਕਦੀ ਗੁਰੂ ਦੇ ਪਿਆਰੇ ਹੋ। ਆ ਜਿਹੜੀ ਦਸਮੇਸ਼ ਪਾਤਸ਼ਾਹ ਕਿਰਪਾ ਕਰਦੇ ਨੇ ਪਏ, ਸਤਿਗੁਰੂ ਰਾਮ ਸਿੰਘ ਕਿਰਪਾ ਕਰਦੇ ਨੇ, ਕਿੰਨੀ ਕੁ ਕਿਰਪਾ ਹੋ ਸਕਦੀ ਹੈ ਇਹਦੋਂ ਵੱਧ ਸਾਧ ਸੰਗਤ 'ਚ। ਲੋਈ ਨੇ ਜਦੋਂ ਗੱਲ ਸੁਣੀ ਤੇ ਕਹਿੰਦੀ ਪਾਤਸ਼ਾਹ ਤੁਸੀਂ ਜਾਣੋ ਸਾਧ ਸੰਗਤ 'ਚ। ਬੜੇ ਪ੍ਰਸੰਨ ਹੋਏ। ਕਬੀਰ ਜੀ ਨੇ ਇਬਰਾਹਿਮ ਬਾਦਸ਼ਾਹ ਨੂੰ ਆਪਣੇ ਪਾਸ ਬੁਲਾ ਲਿਆ। ਕਹਿੰਦੇ ਪੁੱਤ ਹੁਣ ਤੂੰ ਨਾਮ ਦੇਣ ਦੇ ਯੋਗ ਹੈ ਸਾਧ ਸੰਗਤ 'ਚ, ਹੁਣ ਯੋਗ ਹੈ ਗੁਰੂ ਦੇ ਪਿਆਰੇ। ਸੱਜਣੋ ਇਹ ਅੰਤਸ਼ਕਰਨ ਖਿਮਾ ਰੱਖਿਓ ਜੇ, ਇਹ ਤੇ ਗੰਦ ਨਾ ਭਰੇ ਨੇ ਸਾਧ ਸੰਗਤ 'ਚ। ਨਿੰਦਿਆ
ਚੁਗਲੀ, ਈਰਖਾ, ਦੁਬਦਾ, ਵਿਸ਼ੇ ਵਿਕਾਰਾਂ ਦੇ ਨਾਲ ਇਹ ਤੇ ਅੰਦਰ ਭਰੇ ਪਏ ਨੇ। ਇੱਥੇ ਨਾਮ ਕਿਵੇਂ ਠਹਿਰੇ ਸਾਧ ਸੰਗਤ 'ਚ? ਨਾਮ ਦਾ ਆਨੰਦ ਮਾਣਦੇ ਹੋ। ਬਹੁਤ ਕਮਾਲ ਹੈ ਸਾਧ ਸੰਗਤ 'ਚ, ਬਹੁਤ ਕਮਾਲ ਹੈ। ਸੰਸਾਰ ਦੇ ਲੋਕ ਕਿਸ ਤਰ੍ਹਾਂ ਦਾ ਸੁਭਾਅ ਸੰਸਾਰ ਦਾ ਬਣਿਆ ਹੈ। ਕਹਿੰਦੇ ਨੇ ਮਾਥਾ ਤਿਲਕ, ਹੱਥ ਮਾਲਾ ਬਾਣਾ, ਤੇ ਲੋਕਾਂ ਨੇ ਰਾਮ ਖਿਲਾਉਣਾ ਜਾਣਾ। ਭਗਵਾਨ ਖਿਡਾਉਣਾ ਸਾਧ ਸੰਗਤ 'ਚ। ਆਪਣੀ ਵਿੰਦ ਨਹੀਂ ਅਸੀਂ ਕਰਦੇ ਕੀ ਹਾਂ ਪਏ। ਇਹ ਜਿਹੜੀ ਇੱਕ ਚੀਜ਼ ਭਰ ਚੁੱਕੀ ਹੈ ਉਹਨੂੰ ਜਿੰਨਾ ਚਿਰ ਖਾਲੀ ਨਹੀਂ ਕਰਦੇ, ਦੂਜੀ ਉੱਥੋਂ ਕਿਵੇਂ ਪਵੇਗੀ ਸਾਧ ਸੰਗਤ ਜੀ? ਇਹ ਮੈਨੂੰ ਦੱਸੋ ਪਹਿਲਾਂ ਤੁਸੀਂ। ਜਿਹੜਾ ਅੰਦਰ ਵਿਸ਼ਿਆਂ ਵਿਕਾਰਾਂ ਦੇ ਨਾਲ, ਨਿੰਦਿਆ ਚੁਗਲੀ ਦੇ ਨਾਲ, ਈਰਖਾ ਦੁਬਦਾ ਦੇ ਨਾਲ ਇਹ ਭਰਕਤ ਹੈ ਅੰਦਰ, ਇੱਥੇ ਦੂਜੀ ਚੀਜ਼ ਕਿਵੇਂ ਪਾਓਗੇ ਸਾਧ ਸੰਗਤ 'ਚ? ਇਹਨੂੰ ਤੇ ਕੱਢਦੇ ਨਹੀਂ ਆਪਾਂ ਪਏ, ਤੇ ਦੂਜੀ ਚੀਜ਼ ਪਾਉਣ ਦੇ ਯਤਨ ਕਰਨੇ ਪਏ, ਪੈਣੀ ਨਹੀਂ ਸਾਧ ਸੰਗਤ 'ਚ। ਅੱਗੋਂ ਤੁਹਾਡੀ ਆਪਣੀ ਮਰਜ਼ੀ ਗੁਰੂ ਦੇ ਪਿਆਰਿਓ। ਇਸ ਵਾਸਤੇ ਆਪਾਂ ਯਤਨ ਕਰਨਾ ਇਹਨੂੰ ਕੱਢਣ ਦਾ ਸਾਧ ਸੰਗਤ 'ਚ। ਮਹਾਤਮਾ ਕਬੀਰ ਜੀ ਕਹਿੰਦੇ ਨੇ ਪਏ ਹੁਣ ਨਾਮ ਦੇਣ ਦੇ ਯੋਗ ਹੈ। ਨਾਮ ਦਿੱਤਾ, ਜਿਉਂ ਜਿਉਂ ਨਾਮ ਦਿੰਦਾ ਗਿਆ ਬਿਰਤੀ ਚੜ੍ਹਦੀ ਗਈ ਸਾਧ ਸੰਗਤ 'ਚ, ਬਿਰਤੀ ਚੜ੍ਹਦੀ ਗਈ ਗੁਰੂ ਦੇ ਪਿਆਰਿਓ। ਕਿਉਂਕਿ ਸੱਜਣੋ, ਇੱਕ ਉਹ ਲੋਹਾ ਹੈ ਜਿਹੜਾ ਪਾਰਸ ਲੱਗਣ ਦੇ ਨਾਲ ਸੋਨਾ ਬਣ ਜਾਣਾ। ਜਦੋਂ ਪਾਰਸ ਛੋਇਆ ਉਹਦੇ ਸੋਨਾ। ਜਿਸ ਲੋਹੇ ਨੂੰ ਜ਼ਰ ਲੱਗ ਗਿਆ, ਜੰਗਾਲ ਲੱਗ ਗਿਆ, ਜਿੰਨਾ ਮਰਜ਼ੀ ਪਾਰਸ ਘਸਾਈ ਜਾਓ, ਉਹਨੇ ਸੋਨਾ ਬਣਨਾ ਨਹੀਂ ਸਾਧ ਸੰਗਤ 'ਚ। ਜਿੰਨਾ ਮਰਜ਼ੀ ਯਤਨ ਕਰ ਲਓ ਗੁਰੂ ਦੇ ਪਿਆਰਿਓ। ਜਿਸ ਲੋਹੇ ਨੂੰ ਜੰਗਾਲ ਲੱਗ ਗਿਆ, ਜਿਸ ਲੋਹੇ ਨੂੰ ਜ਼ਰ ਲੱਗ ਗਈ ਹੈ, ਉਹਨੇ ਨਹੀਂ ਉਹਨਾਂ ਸੋਨਾ ਲੱਗਣ, ਉਹਨੇ ਕੁਛ ਬਣਨਾ ਸਾਧ ਸੰਗਤ 'ਚ। ਉਹਨੇ ਨਹੀਂ ਬਣਨਾ ਗੁਰੂ ਦੇ ਪਿਆਰਿਓ। ਇਹਨੇ ਕਦੋਂ ਬਣਨਾ ਹੈ? ਜਦੋਂ ਲੋਹਾ ਸਾਫ਼ ਹੋਏਗਾ ਸਾਧ ਸੰਗਤ 'ਚ। ਇਸ ਵਾਸਤੇ ਸਤਿਗੁਰ ਕਿਰਪਾ ਕਰਨ, ਇਹ ਨਾਮ ਪਾਰਸ ਹੈ ਸਾਧ ਸੰਗਤ 'ਚ। ਗੁਰਬਾਣੀ ਪਾਰਸ ਹੈ ਸਾਧ ਸੰਗਤ 'ਚ। ਸਤਿਗੁਰਾਂ ਦੇ ਬਚਨ, ਸਤਿਗੁਰੂ ਦੀ ਮਰਿਆਦਾ ਪਾਰਸ ਹੈ। ਪਰ ਬਣਨਾ ਕਦੋਂ ਹੈ ਸੋਨਾ ਅਸਾਂ? ਜਦੋਂ ਜੰਗਾਲ ਲਾ ਦਿਆਂਗੇ ਸਾਧ ਸੰਗਤ 'ਚ। ਜੰਗਾਲ ਤਾਂ ਲਾਈਏ ਆਪਣੇ ਗੁਰੂ ਦੇ ਪਿਆਰੇ। ਤੇ ਜਿਹੜੇ ਜੰਗਾਲ ਲੱਗੇ ਨੇ, ਕਿਵੇਂ ਗੱਲ ਹੁਣ ਸਾਧ ਸੰਗਤ 'ਚ? ਗੱਲ ਇੱਕ ਅੱਗੇ ਹੋਰ ਆ ਗਈ ਹੈ ਸਾਧ ਸੰਗਤ 'ਚ। ਮਹਾਤਮਾ ਕਬੀਰ ਜੀ ਜਦੋਂ ਇਸ ਭਗਤੀ ਮਾਰਗ 'ਚ ਪੈ ਗਏ ਨਾ, ਭਗਤੀ ਮਾਰਗ 'ਚ ਐਸੇ ਪੈ ਗਏ, ਭਗਤੀ ਮਾਰਗ 'ਚ ਇਹ ਸੱਜਣੋ, ਭਗਤੀ ਮਾਰਗ ਐਸਾ ਚੀਜ਼ ਹੈ, ਇਹ ਕੱਖ ਨਹੀਂ ਰਹਿਣ ਦਿੰਦੀ ਸਾਧ ਸੰਗਤ 'ਚ। ਕੀ ਦੱਸਾਂ ਤੁਹਾਨੂੰ ਮੇਰਾ ਭਗਤੀ ਮਾਰਗ ਐਸਾ, ਕੱਖ ਨਹੀਂ ਰਹਿਣ ਦਿੰਦੀ ਸਾਧ ਸੰਗਤ 'ਚ। ਪਰ ਫਿਰ ਕੀ ਕਰਦੀ ਹੈ? ਬਾਦਸ਼ਾਹ ਬਣਾਉਂਦੀ ਹੈ। ਪਹਿਲਾਂ ਕਿੱਥੇ ਲਿਆਉਂਦੀ ਹੈ? ਕੱਖ ਨਹੀਂ ਰਹਿਣ ਦਿੰਦੀ। ਕਹਿੰਦੇ ਨੇ ਲੋਕ ਕਹਿੰਦੇ ਨੇ ਕਬੀਰ ਖਰਾਬ ਹੋ ਗਿਆ, ਵਿਗੜ ਗਿਆ ਕਬੀਰ ਸਾਧ ਸੰਗਤ 'ਚ। ਜੇ ਤੁਸੀਂ ਭੈਰੋਂ ਰਾਗ ਨੂੰ ਪੜ੍ਹੋਗੇ ਨਾ, ਭੈਰੋਂ ਰਾਗ ਦੇ ਵਿੱਚ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਜਦੋਂ ਲੋਕਾਂ ਨੇ ਸਾਰੇ ਆਖਿਆ ਵੀ ਕਬੀਰ ਵਿਗੜ ਗਿਆ, ਇਹਦਾ ਕੱਖ ਨਹੀਂ ਰਿਹਾ, ਖਰਾਬ ਹੋ ਗਿਆ, ਕਬੀਰ ਕੋਲ ਗੱਲ ਚਲੀ ਗਈ ਸਾਧ ਸੰਗਤ 'ਚ। ਕਬੀਰ ਅੰਤਰ ਧਿਆਨ ਹੋ ਗਿਆ। ਜਦੋਂ ਅੰਤਰ ਧਿਆਨ ਹੋ ਗਿਆ ਨਾ, ਤੇ ਕਹਿੰਦੇ ਨੇ ਗੰਗਾ ਕੇ ਸੰਗ ਸਲਤਾ ਬਿਗੜੀ, ਸੋ ਸਲਤਾ ਗੰਗਾ ਹੋਏ ਨਿਬਰੀ। ਤੁਸੀਂ ਗੁਰਬਾਣੀ ਪੜ੍ਹਨ ਵਾਲੇ ਹੋ ਸਾਧ ਸੰਗਤ 'ਚ। ਕਹਿੰਦਾ ਦੁਨੀਆ ਦੇ ਲੋਕੋ, ਜਦੋਂ ਬਾਰਿਸ਼ ਬਰਸਦੀ ਹੈ, ਨਦੀਆਂ ਦਰਿਆਵਾਂ 'ਚ ਹੜ੍ਹ ਆਉਂਦੇ ਨੇ, ਉਹ ਫਿਰ ਜਦੋਂ ਹੜ੍ਹ ਆਉਂਦੇ ਨੇ ਜਾ ਕੇ ਗੰਗਾ 'ਚ ਪੈ ਜਾਂਦੇ ਨੇ ਸਾਧ ਸੰਗਤ 'ਚ। ਜਦੋਂ ਜਾ ਕੇ ਗੰਗਾ 'ਚ ਪੈ ਜਾਂਦੇ ਨੇ, ਤੇ ਫਿਰ ਉਹ ਨਦੀਆਂ ਨਾਲ ਤੇ ਨਹੀਂ ਵੱਜਦੇ, ਉਹ ਗੰਗਾ ਹੀ ਵੱਜਣ ਲੱਗ ਪੈਂਦੀ ਸਾਧ ਸੰਗਤ 'ਚ। ਬਹੁਤ ਧਿਆਨ ਦਿਓ ਜੀ ਮੇਰੀ ਗੱਲ ਦਾ। ਆਹ ਜਦੋਂ ਬਾਰਿਸ਼ ਬਰਸਦੀ ਹੈ, ਤੁਹਾਡੇ ਵੀ ਇੱਥੇ ਦਰਿਆ ਹੋਣਗੇ, ਸਾਡੇ ਪੰਜਾਬ ਵਿੱਚ, ਇੰਡੀਆ 'ਚ ਦਰਿਆ ਚੱਲਦੇ ਨੇ। ਸਤਲੁਜ ਦਰਿਆ ਚੱਲਦਾ ਹੈ, ਰਾਵੀ ਦਰਿਆ ਚੱਲਦਾ ਹੈ, ਬਿਆਸ ਦਰਿਆ ਚੱਲਦਾ ਹੈ। ਜਦੋਂ ਉਹਨਾਂ 'ਚ ਹੜ੍ਹ ਆਉਂਦੇ ਨੇ, ਉਹ ਸੰਸਾਰ ਦੀ ਯਾਤਰਾ ਕਰਦੇ ਕਰਦੇ, ਧਰਤੀ ਦੀ ਯਾਤਰਾ ਕਰਦੇ ਕਰਦੇ ਸਮੁੰਦਰ 'ਚ ਪੈ ਜਾਂਦੇ ਨੇ। ਜਦੋਂ ਸਮੁੰਦਰ 'ਚ ਪੈ ਜਾਂਦੇ, ਫਿਰ ਕੋਈ ਬਿਆਸ ਤੇ ਨਹੀਂ ਕਹਿੰਦਾ, ਕੋਈ ਰਾਵੀ ਤੇ ਨਹੀਂ ਕਹਿੰਦਾ, ਕੋਈ ਸਤਲੁਜ ਤੇ ਨਹੀਂ ਕਹਿੰਦਾ, ਉਹ ਸਮੁੰਦਰ ਹੀ ਉਹਨੂੰ ਆਖਦੇ ਨੇ ਸਾਧ ਸੰਗਤ 'ਚ। ਕਿਉਂ? ਉਹਨਾਂ ਨੇ ਆਪਣਾ ਆਪ ਛੱਡ ਦਿੱਤਾ। ਹੁਣ ਅਸੀਂ ਆਪਣਾ ਆਪ ਛੱਡਦੇ ਨਹੀਂ ਪਏ ਸਾਧ ਸੰਗਤ 'ਚ, ਆਪਣਾ ਛੱਡਦੇ ਨਹੀਂ ਗੁਰੂ ਦੇ ਪਿਆਰਿਓ। ਕਿਵੇਂ ਗੱਲ ਬਣੇ ਸਾਧ ਸੰਗਤ 'ਚ? ਦਾਸ ਪ੍ਰਾਰਥਨਾ ਕਰਦਾ ਪਿਆ। ਪ੍ਰਾਰਥਨਾ ਕੀ ਕਰਨੀ ਚਾਹੁੰਦਾ ਪਿਆ? ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ 538 ਸਾਲ ਹੋ ਗਏ ਨੇ। ਉਦੋਂ ਤੋਂ ਲੈ ਕੇ ਲਗਾਤਾਰ ਪ੍ਰਚਾਰ ਸੁਣਨੇ ਆ ਪਏ ਸਾਧ ਸੰਗਤ 'ਚ। ਸਾਧੂ ਮਹਾਤਮਾ ਦੇ ਬਚਨ ਸੁਣਨੇ ਆ ਪਏ, ਅਥਵਾ ਗੁਰਬਾਣੀ ਸੁਣਨੇ ਆ ਪਏ। 538 ਸਾਲ ਹੋ ਗਏ ਨੇ। ਇਹ ਤੁਸੀਂ ਦੱਸਿਓ ਜੀ ਵੀ ਮਨੁੱਖ ਵਿਗੜਿਆ ਕਿ ਸੁਧਰਿਆ ਸਾਧ ਸੰਗਤ 'ਚ? ਦੱਸਿਓ ਜੀ ਰੱਖੋ। ਇਹਨਾਂ ਮਨੁੱਖਾਂ ਦੇ ਮਨ ਝੂਠ ਨੂੰ ਪਸੰਦ ਕਰਦੇ ਨੇ ਕਿ ਸੱਚ ਨੂੰ ਪਸੰਦ ਕਰਦੇ ਨੇ ਪਏ? ਜਤ ਸਤ ਨੂੰ ਪਸੰਦ ਕਰਦੇ ਨੇ ਕਿ ਭ੍ਰਿਸ਼ਟਾਚਾਰ ਨੂੰ ਪਸੰਦ ਕਰਦੇ ਨੇ ਪਏ? ਇਮਾਨਦਾਰੀ ਨੂੰ ਪਸੰਦ ਕਰਦੇ ਨੇ ਪਏ ਜਾਂ ਕਿ ਬੇਈਮਾਨੀ ਨੂੰ ਪਸੰਦ ਕਰਦੇ ਨੇ ਪਏ? ਸੰਸਾਰ ਤੇ ਈਰਖਾ ਦੁਬਦਾ ਵੱਧਦੀ ਆ ਕਿ ਪ੍ਰੇਮ ਤੇ ਪਿਆਰ ਵੱਧ ਦੱਸੀ ਜਾ ਜੇ ਸਾਧ ਸੰਗਤ ਜੀ। ਜੇ ਈਰਖਾ ਦੁਬਦਾ, ਵਿਸ਼ੇ ਵਿਕਾਰ, ਰਿਸ਼ਵਤਖੋਰੀ, ਝੂਠ ਵੱਧਦਾ ਪਿਆ, ਫਿਰ ਕੀ ਆਖਣਾ ਜੇ? 538 ਸਾਲ ਹੋ ਗਏ ਨੇ ਸਾਧ ਸੰਗਤ 'ਚ।
ਅਜੇ ਵੀ ਨਹੀਂ ਸੁਧਰਦਾ ਪਿਆ ਗੁਰੂ ਦੇ ਪਿਆਰੇ, ਅਜੇ ਵੀ ਨਹੀਂ ਸੁਧਰਦਾ ਸਾਧ ਸੰਗਤ ਜੀ। ਦਾਸ ਪ੍ਰਾਰਥਨਾ ਕਰਨੀ ਚਾਹੁੰਦਾ ਪਿਆ, ਕਹਿੰਦੇ ਨੇ ਗੰਗਾ ਕੈ ਸੰਗ ਸਲਤਾ ਬਿਗੜੀ ਤੇ ਸੋ ਸਲਤਾ ਗੰਗਾ ਹੋਏ ਨਗਰੀ, ਬਿਗੜਿਓ ਕਬੀਰਾ ਰਾਮ ਦੁਹਾਈ। ਕਹਿੰਦਾ ਮੇਰੀ ਦੁਹਾਈ 'ਚ ਮੈਂ ਹੀ ਵਿਗੜ ਗਿਆ। ਕਹਿੰਦੇ ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਣਕਤਾ ਨਾ ਜਾਈ। ਤੁਸੀਂ ਸੱਚ ਕਹਿੰਦੇ ਹੋ ਪਏ ਸਾਧ ਸੰਗਤ ਜੀ, ਦੁਨੀਆ ਨੂੰ ਮਾੜਾ ਨਹੀਂ ਆਖਿਆ, ਕਹਿੰਦੇ ਤੁਸੀਂ ਸੱਚ ਕਹਿੰਦੇ ਹੋ ਪਏ। ਕਹਿੰਦੇ ਨੇ ਕਿ ਕਿਵੇਂ? ਕਹਿੰਦੇ ਨੇ ਪਾਰਸ ਕੈ ਸੰਗ ਤਾਂਬਾ ਬਿਗੜਿਓ ਤੇ ਸੋ ਤਾਂਬਾ ਕੰਚਨ ਹੋਏ ਨਿਬਰਿਓ। ਸਾਧ ਸੰਗਤ ਜੀ, ਉਹ ਜਿਹੜਾ ਸੀ ਨਾ ਤਾਂਬਾ, ਜਦੋਂ ਪਾਰਸ ਨੂੰ ਮਿਲਿਆ ਨਾ ਤੇ ਉਹ ਸੋਨਾ ਬਣ ਗਿਆ। ਕਹਿੰਦੇ ਨੇ ਚੰਦਨ ਤਰਵਰ ਕੈ ਸੰਗ ਚੰਦਨ ਕੈ ਸੰਗ ਤਰਵਰ ਬਿਗੜਿਓ। ਜਿਸ ਜੰਗਲ 'ਚ ਤਰਵਰ ਦਾ ਬੂਟਾ ਹੁੰਦਾ ਹੈ, ਜਿਸ ਜੰਗਲ 'ਚ ਚੰਦਨ ਦਾ ਬੂਟਾ ਹੁੰਦਾ ਹੈ, ਉਹ ਸਾਰੇ ਜੰਗਲ 'ਚ ਖੁਸ਼ਬੂ ਆਉਣ ਲੱਗ ਪੈਂਦੀ। ਸਾਧ ਸੰਗਤ ਜੀ, ਉਹ 'ਚ ਮਹਿਕ ਹੈ। ਕਹਿੰਦੇ ਨੇ ਉਹ ਜਿਹੜੀ ਬਨਸਪਤੀ ਹੈ ਨਾ, ਉਹ ਤੇ ਚੰਦਨ ਬਣ ਗਈ। ਸਾਧ ਸੰਗਤ ਜੀ, ਕਹਿੰਦੇ ਨੇ ਸੰਤਨ ਸੰਗ ਕਬੀਰਾ ਬਿਗੜਿਓ। ਉਹ ਜਿਵੇਂ ਨਦੀਆਂ ਦਰਿਆ ਗੰਗਾ 'ਚ ਪੈ ਗਏ ਤੇ ਉਹ ਗੰਗਾ ਦਾ ਰੂਪ ਬਣ ਗਏ। ਉਹ ਜਿਹੜਾ ਸੀ ਨਾ ਤਾਂਬਾ, ਜਦੋਂ ਉਹਨੇ ਪਾਰਸ ਦੀ ਸੰਗਤ ਕੀਤੀ ਉਹ ਸੋਨਾ ਬਣ ਗਿਆ। ਜਿਹੜੇ ਸੀ ਬਨਸਪਤੀ, ਜਦੋਂ ਉਹਨਾਂ ਨੇ ਚੰਦਨ ਦੀ ਸੇਵਾ ਕੀਤੀ ਉਹ ਚੰਦਨ ਖੁਸ਼ਬੂ ਆਉਣ ਲੱਗ ਪਈ। ਕਹਿੰਦੇ ਨੇ ਸੰਤਨ ਸੰਗ ਕਬੀਰਾ ਬਿਗੜਿਓ। ਉਹ ਜਿਵੇਂ ਆਹ ਚੀਜ਼ਾਂ ਵਿਗੜ ਗਈਆਂ ਨਾ, ਇਵੇਂ ਕਬੀਰ ਨੇ ਸੰਤਾਂ ਦੀ ਸੰਗਤ ਕੀਤੀ ਆ ਤੇ ਕਬੀਰ ਹੋ ਕੇ ਗਿਆ। ਸੋ ਕਬੀਰ ਰਾਮ ਹੋਏ ਨੇ, ਕਬੀਰ ਰਾਮ ਬਣ ਗਿਆ। ਹੁਣ ਸਾਧ ਸੰਗਤ ਜੀ, ਕੋਈ ਵਿਗੜਿਆ, ਤੁਸੀਂ ਸੱਚ ਕਹਿੰਦੇ ਪਏ ਗੁਰੂ ਦੇ ਪਿਆਰਿਓ। ਮੈਂ ਸੰਗਤ ਦੀ ਤਸ਼ਬੀਹ ਦਿੱਤੀ ਹੈ ਤੁਹਾਨੂੰ ਸੱਜਣੋ, ਸੰਗਤ ਇੱਕ ਐਸੀ ਚੀਜ਼ ਹੈ ਸਾਧ ਸੰਗਤ ਜੀ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ। ਕਬੀਰ ਜੀ ਨੇ ਗੁਰਮੰਤਰ ਦਿੱਤਾ। ਗੁਰਮੰਤਰ ਕਹਿੰਦੇ ਪੁੱਤ ਜਾ ਹੁਣ ਜਾ ਕੇ ਸੰਸਾਰ ਦਾ ਭਲਾ ਕਰ ਜਾ ਕੇ। ਸਾਧ ਸੰਗਤ ਜੀ, ਇੱਕੋ ਇੱਕ ਚੀਜ਼ ਹੈ ਸਾਡੀ ਸਿੱਖ ਸੰਪਰਦਾ ਦੇ ਵਿੱਚ, ਹਰੇਕ ਗੱਲ ਦਾ ਕੋਰਸ ਹੈ। ਸਾਧ ਸੰਗਤ ਜੀ, ਬੜੀ ਮੇਰੇ ਧਿਆਨ ਦਿਓ ਮੇਰੀ ਗੱਲ ਦਾ। ਕੋਈ 6 ਮਹੀਨੇ ਦਾ, ਕੋਈ ਸਾਲ ਦਾ, ਕੋਈ 2 ਸਾਲ ਦਾ, ਕੋਈ 4 ਸਾਲ ਦਾ, ਕੋਈ 5 ਸਾਲ ਦਾ, ਕੋਈ ਡਾਕਟਰੀ ਦਾ, ਕੋਈ ਲਾ ਵਕੀਲ ਦਾ, ਕੋਈ ਹੋਰ ਕਿਹੜੇ ਇੱਕ ਕੋਰਸ ਤੁਸੀਂ ਬਣਾਏ ਨੇ ਸਾਧ ਸੰਗਤ ਜੀ। ਪਰ ਆਹ ਜਿਹੜਾ ਧਰਮ ਦਾ ਪ੍ਰਚਾਰ ਦਾ ਕੋਈ ਕੋਰਸ ਨਹੀਂ। 2 ਜਮਾਤਾਂ ਪੜ੍ਹੋ ਤਾਂ ਤੁਰ ਪਓ। ਸਾਧ ਸੰਗਤ ਜੀ, ਲਾਈ ਜਾਓ ਖੱਲ ਲੋਕਾਂ ਦੇ ਗੁਰੂ ਦੇ ਪਿਆਰੇ। ਕਿਵੇਂ ਸਮਾਜ ਸੁਧਰੇ ਸਾਧ ਸੰਗਤ ਜੀ? ਇਹਦਾ ਕੋਈ ਕੋਰਸ ਨਹੀਂ, ਨਾ ਕੋਈ ਪੁੱਛਣ ਵਾਲੀ। ਸਾਧ ਸੰਗਤ ਜੀ, 2 ਸੁਰਾਂ ਸਿੱਖ ਲਓ, ਤੁਰੇ ਫਿਰੋ ਜਿੱਥੇ ਮਰਜੀ। ਸਾਧ ਸੰਗਤ ਜੀ, ਸੱਜਣੋ ਜਿਹਨਾਂ ਦੇ ਕਿਸੇ ਦੀ ਸੇਵਾ ਨਹੀਂ ਕਰਦੇ ਅੰਦਰ ਸ਼ਾਂਤੀ ਆਉਣੀ ਨਹੀਂ। ਸਾਧ ਸੰਗਤ ਜੀ, ਇਹ ਫਕੀਰੀ ਸੇਵਾ ਨਾ ਮਿਲਦੀ ਗੁਰੂ ਦੇ ਪਿਆਰੇ। ਇਹ ਪ੍ਰਾਰਥਨਾ ਤੁਹਾਡੇ ਚਰਨਾਂ ਦੇ ਵਿੱਚ। ਸਭ ਤੋਂ ਭ੍ਰਿਸ਼ਟ ਕੰਮ ਅੱਜ ਅਸਾਂ ਇਹਨੂੰ ਧਾਰਮਿਕ ਨੂੰ ਬਣਾਤਾ। ਸਾਧ ਸੰਗਤ, ਸਭ ਤੋਂ ਭ੍ਰਿਸ਼ਟ ਕੰਮ ਇਹਨੂੰ ਬਣਾਇਆ। ਸਾਧ ਸੰਗਤ ਜੀ, ਹਰੇਕ ਗੱਲ ਦਾ ਕੋਰਸ ਹੈ, ਇਹਦਾ ਕੋਈ ਕੋਰਸ ਨਹੀਂ। ਸਾਧ ਸੰਗਤ ਜੀ, ਜਦੋਂ ਮਰਜੀ ਜਿਵੇਂ ਮਰਜੀ ਕਰੀ ਫਿਰ, ਜਿਵੇਂ ਤੁਰੇ ਫਿਰੋ ਗੁਰੂ ਦੇ ਪਿਆਰੇ। ਇਸ ਅਰਦਾਸ ਪ੍ਰਾਰਥਨਾ ਕਰਦਾ ਪਿਆ। ਕਹਿੰਦੇ ਜਾ ਪੁੱਤ ਜਾ ਕੇ ਸੰਸਾਰ ਦਾ ਭਲਾ ਕਰ। ਚੱਲਦੇ 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 ਇਹ ਦਜਲਾ ਇੱਕ ਦਰਿਆ, ਉੱਥੇ ਦਰਿਆ ਦੇ ਉੱਤੇ ਆ ਗਿਆ ਇਬਰਾਹਿਮ ਬਾਦਸ਼ਾਹ। ਜਦੋਂ ਉੱਥੇ ਪਹੁੰਚ ਗਿਆ, ਇਹਦੀ ਇੱਕ ਗੋਦੜੀ ਸੀ ਨਾ, ਉਹਨੂੰ ਸੂਈ ਨਾ ਸਿਉਂਦਾ ਪਿਆ। ਫਕੀਰੀ ਸੀ ਸਾਧ ਸੰਗਤ ਜੀ। ਇਹਦਾ ਇੱਕ ਵਜ਼ੀਰ ਸੀ, ਉਹ ਆ ਗਿਆ। ਜਦੋਂ ਉਹਨੇ ਵੇਖਿਆ ਨਾ ਇਹ ਤਾਂ ਇਬਰਾਹਿਮ ਬਾਦਸ਼ਾਹ ਜਾਪਦਾ ਪਿਆ, ਇਹਨੇ ਪਛਾਣ ਲਿਆ ਕਿੱਥੇ ਫਕੀਰੀ ਬਾਦਸ਼ਾਹੀ ਤੇ ਕਿੱਥੇ ਬਾਦਸ਼ਾਹੀ ਪਹਿਰਾਵਾ ਤੇ ਕਿੱਥੇ ਫਕੀਰੀ ਬਾਣਾ। ਫਰਕ ਤੇ ਪੈਣਾ ਹੀ ਸੀ ਨਾ। ਕਿੱਥੇ 12 ਸਾਲ ਬਤੀਤ ਹੋ ਗਏ ਨੇ। ਜਦੋਂ ਇਸ ਵਜ਼ੀਰ ਨੇ ਵੇਖਿਆ, ਕਹਿੰਦਾ ਆਪ ਇਬਰਾਹਿਮ ਬਾਦਸ਼ਾਹ ਹੋ? ਕਹਿੰਦਾ ਹਾਂ। ਕਹਿੰਦਾ ਮੈਂ ਤੇਰਾ ਵਜ਼ੀਰ ਹਾਂ। ਜਦੋਂ ਤੂੰ ਫਕੀਰੀ ਬਾਣੇ 'ਚ ਆ ਗਿਆ ਨਾ, ਮੈਂ ਤੇਰੇ ਪਰਿਵਾਰ ਦੀ ਪਾਲਣਾ ਕੀਤੀ ਏ, ਤੇਰੇ ਬੱਚਿਆਂ ਦੀ ਰੱਖਿਆ ਕੀਤੀ ਏ। ਤੇ ਐ ਇਬਰਾਹਿਮ ਬਾਦਸ਼ਾਹ, ਮੇਰਾ ਚਿੱਤ ਕਰਦਾ ਤੂੰ ਫਿਰ ਆਪਣੀ ਸਤਾ 'ਚ ਆ ਕੇ ਤੇ ਅਸੀਂ ਵੀ 4 ਦਿਨ ਆਪਣੀ ਵਜ਼ੀਰੀ ਬਣ ਕੇ ਸੁੱਖ ਲੈ ਲਈਏ। ਸਾਧ ਸੰਗਤ ਜੀ, ਆਪਣੀ ਗੱਦੀ 'ਤੇ ਆ ਕੇ ਬੈਠ ਕੇ ਤੇ ਆ ਕੇ। ਇਬਰਾਹਿਮ ਚੁੱਪ। ਕਹਿੰਦਾ ਹਾਂ ਨਾ ਦਾ ਜਵਾਬ ਨਹੀਂ ਦਿੱਤਾ। ਕਹਿੰਦਾ ਅੱਛਾ ਦੱਸ ਨਾ, ਉਹ ਜਿਹੜੀ ਸੂਈ ਦੇ ਨਾਲ ਆਪਣੀ ਗੋਦੜੀ ਸਿਉਂਦਾ ਸੀ ਨਾ, ਪਿਆ ਮਾਰੀ ਦਰਿਆ ਦੇ ਵਿੱਚ, ਨਦੀ 'ਚ ਮਾਰੀ। ਸਾਧ ਸੰਗਤ ਜੀ, ਕਹਿੰਦਾ ਐ ਵਜ਼ੀਰ, ਐ ਮੇਰੀ ਸੂਈ ਨਿਕਾਲ ਦੇ, ਮੇਰੀ ਸੂਈ ਕੱਢ ਦੇ। ਕਹਿੰਦਾ ਇਬਰਾਹਿਮ ਬਾਦਸ਼ਾਹ, ਇਹ ਤੇ ਬਹੁਤ ਡੂੰਘਾ ਦਰਿਆ ਹੈ, ਇੱਥੋਂ ਕੌਣ ਕੱਢੇਗਾ? ਸੂਈ ਨਿਕਲ ਨਹੀਂ ਸਕਦੀ। ਤੂੰ ਮੈਨੂੰ ਅੱਧੇ ਘੰਟੇ ਦੀ ਆਗਿਆ ਦੇ ਦੇ, ਇਜਾਜ਼ਤ ਦੇ ਦੇ, ਮੈਂ ਤੈਨੂੰ ਲੱਖਾਂ ਸੂਈਆਂ ਲਿਆ ਕੇ ਦੇ ਦੇਣਾ। ਸਾਧ ਸੰਗਤ ਜੀ, ਲੱਖਾਂ ਹੀ ਦੇ ਦੇਣਾ। ਇਬਰਾਹਿਮ ਬਾਦਸ਼ਾਹ ਕਹਿੰਦਾ ਨਹੀਂ, ਮੈਨੂੰ ਲੱਖਾਂ ਦੀ ਲੋੜ, ਮੈਨੂੰ ਆਹ ਸੂਈ ਚਾਹੀਦੀ ਹੈ, ਆਹ ਸੂਈ ਚਾਹੀਦੀ ਹੈ। ਕਹਿੰਦਾ ਫਿਰ ਉਹ ਤੇ ਨਾਮੁਮਕਿਨ ਹੈ। ਸਾਧ ਸੰਗਤ ਜੀ, ਉਹਨੇ ਨਹੀਂ ਮਿਲਣਾ। ਕਹਿੰਦਾ ਅੱਛਾ। ਇਬਰਾਹਿਮ ਬਾਦਸ਼ਾਹ ਉੱਥੋਂ ਉੱਠ ਕੇ ਨਾ ਤੇ ਨਦੀ ਦੇ ਕਿਨਾਰੇ 'ਤੇ ਪੜ ਗਿਆ। ਜਦ ਦੇ ਕਿਨਾਰੇ 'ਤੇ ਬੈਠ ਕੇ ਨਾ ਤੇ ਪ੍ਰਾਰਥਨਾ ਕੀਤੀ। ਅਜੇ ਪ੍ਰਾਰਥਨਾ ਕਰਦਾ ਹੀ ਪਿਆ, ਇੱਕ ਮੱਛੀ ਨੇ ਸੂਈ ਮੂੰਹ 'ਚ ਪਾਈ ਹੈ ਤੇ ਆ ਕੇ ਫੜਾਤੀ। ਸਾਧ ਸੰਗਤ 'ਚ ਕਹਿੰਦਾ ਉਹ ਵਜ਼ੀਰ, ਓਏ ਆਹ ਫਕੀਰੀ ਦੇ ਨਾਲ ਖੰਡ ਬ੍ਰਹਮੰਡ ਮੇਰੇ ਅਧੀਨ ਹੋ ਗਏ ਨੇ, ਮੈਂ ਤੇਰੀ ਬਾਦਸ਼ਾਹ ਨੂੰ ਕੀ ਕਰਨਾ? ਸਾਧ ਸੰਗਤ 'ਚ ਇਸ ਫਕੀਰੀ ਦੇ ਨਾਂ ਤੇ ਇਸ ਨਾਮ ਦੀ ਕਿਰਪਾ ਦੇ ਨਾਲ ਖੰਡ ਬ੍ਰਹਮੰਡ ਮੇਰੇ ਅਧੀਨ ਨੇ, ਮੈਂ ਤੇਰੀ ਬਾਦਸ਼ਾਹ ਨੂੰ ਕੀ ਕਰਨਾ ਹੈ? ਗੁਰੂ ਦੇ ਪਿਆਰੇ ਦਾਸ ਪ੍ਰਾਰਥਨਾ ਕਰਦਾ ਪਿਆ।
ਮੈਂ ਅਰਜ਼ ਕੀਤੀ ਸੀ, ਨਾਰਾਇਣ ਕੇ ਨਾਮ ਬਿਨ ਰਾਜਾ ਪਰਜਾ ਫਲ। ਉਸ ਭਗਵਾਨ ਦੇ ਨਾਰਾਇਣ ਦੇ ਨਾਮ ਤੋਂ ਬਗੈਰ ਭਾਵੇਂ ਪਰਜਾ ਤੇ ਭਾਵੇਂ ਕੋਈ ਰਾਜਾ ਕਿਸੇ ਵੀ ਕੰਮ ਨਹੀਂ ਸਾਧ ਸੰਗਤ ਜੀ। ਅਫਲ ਨੇ ਗੁਰੂ ਦੇ ਪਿਆਰੇ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਤੁਹਾਡੇ ਚਰਨਾਂ ਦੇ ਵਿੱਚ, ਪਹਿਲਾਂ ਤੇ ਤੁਹਾਨੂੰ ਸ੍ਰੀ ਸਤਿਗੁਰੂ ਅਕਾਲ ਪੁਰਖ ਜਗਜੀਤ ਸਿੰਘ ਦਾ ਹੁਕਮ ਪੇ ਸਿਮਰਨ ਕਰਿਆ ਕਰੋ ਸਾਧ ਸੰਗਤ ਜੀ। ਚਲੋ ਹੋ ਸਕਦਾ ਉਹਨਾਂ ਹੁਕਮ ਕੀਤਾ 2 ਤੋਂ 4 ਕਰਿਆ ਕਰੋ। ਜੇ ਤੁਸੀਂ 4 ਤੋਂ 6 ਰੱਖਿਆ ਤਾਂ ਕਿਉਂ ਨਹੀਂ ਆਉਂਦੇ ਸਾਧ ਸੰਗਤ ਜੀ? ਕਿਉਂ ਨਹੀਂ ਆਉਂਦੇ? ਮੈਂ ਪ੍ਰਾਰਥਨਾ ਕਰਨਾ। ਚਲੋ ਇਸ ਵੇਲੇ ਤਾਂ ਟਾਈਮ ਕੰਮ ਹੁੰਦਾ ਤੁਹਾਨੂੰ ਕੋਈ ਨਾ ਕੋਈ। ਮੈਂ ਇਸ ਵੇਲੇ ਕੋਈ ਸਵਾਲ ਕਿਉਂਕਿ ਸਾਰੇ ਆਪ ਤੁਸੀਂ ਕਰਨਾ ਹੈ ਤੇ ਅਸਾਂ ਖਾਣਾ ਨਾ ਸਾਧ ਸੰਗਤ 'ਚ। ਜੇ ਇਸ ਵੇਲੇ ਕੰਮ ਹੈ ਤੇ ਜੇ ਤੁਸੀਂ 10 ਵਜੇ ਜਾ ਕੇ ਵੀ ਆਪਣੇ ਘਰਾਂ 'ਚ ਬਰਾਤ ਜਾਓ ਤਾਂ ਫਿਰ 4 ਵਜੇ ਤੱਕ ਨਹੀਂ ਪਹੁੰਚ ਸਕਦੇ। ਅਣਗਹਿਲੀ ਕਰਨੇ ਨਾ ਪਏ ਸਾਧ ਸੰਗਤ 'ਚ, ਮਨ ਮਰਜ਼ੀ ਕਰਨੇ ਪਏ। ਤੇ ਇੱਥੇ ਹੁਣ ਭਗਵਾਨ ਦੀ ਪ੍ਰਾਪਤੀ ਦਾ ਸਾਧਨ ਹੈ ਸਾਧ ਸੰਗਤ 'ਚ। ਇਸ ਅੰਮ੍ਰਿਤ ਵੇਲੇ ਦੇ ਗੁਣ ਵੀ ਤੁਸੀਂ ਸੁਣ ਚੁੱਕੇ ਹੋ, ਨਾਮ ਦੀ ਮਹਿਮਾ ਵੀ ਸੁਣਦੇ ਹੋ, ਗੁਰਬਾਣੀ ਦਾ ਸਤਿਗੁਰਾਂ ਦਾ ਉਪਦੇਸ਼ ਵੀ ਸਰਵਣ ਕਰਦੇ ਹੋ। ਪਰ ਕਹਿੰਦੇ ਨੇ ਕੈਸੀ ਗੱਲ ਹੈ, ਪੁੱਛਤ ਪਥਕ ਤੈ ਮਾਰਗ ਨਾ ਧਰੈ ਪਗ, ਪ੍ਰੀਤਮ ਕੈ ਦੇਸ ਕੈਸੇ ਬਾਤ ਨੇ ਸੁਝਾਈ ਹੈ। ਪੁੱਛਤ ਹੈ ਵੈਦਕ ਔਖਦ ਨਾ ਮੂਲ ਖਾਦ, ਕੈਸੇ ਮਿਟਾ ਰੋਗ ਸੁਖ ਸਹਿਜ ਸਮਾਈ ਹੈ। ਪੁੱਛਤ ਸੁਹਾਗਣ ਪੈ ਕਰਮ ਦੁਹਾਗਣ ਕੇ ਕਰੇ, ਬਿਬਚਾਰ ਕਤ ਸੇਜਾ ਪੈ ਬੁਲਾਈ ਹੈ। ਆਂਖਾਂ ਮੀਚੈ ਪਾਈਆ ਨਾ ਪਰਮ ਪਦ, ਗੁਰ ਉਪਦੇਸ ਜਾ ਜੋ ਹਿਰਦਾ ਨਾ ਬਸਾਈ ਹੈ। ਸਾਧ ਸੰਗਤ ਜੀ ਰੋਜ਼ ਤੁਸੀਂ ਪੜ੍ਹਦੇ ਸੁਣਦੇ ਸਾਧ ਸੰਗਤ 'ਚ। ਕਹਿੰਦੇ ਨੇ ਰਾਹ ਪੁੱਛਦਾ ਪਰ ਤੁਰਦਾ ਨਹੀਂ। ਬਿਮਾਰ ਹੋ ਗਿਆ, ਡਾਕਟਰ ਦੇ ਪਾਸ ਚਲਾ ਗਿਆ, ਡਾਕਟਰ ਨੇ ਦਵਾਈ ਦਿੱਤੀ, ਖਾਂਦਾ ਨਹੀਂ। ਜੇ ਖਾਂਦਾ ਤਾਂ ਪਰਹੇਜ਼ ਨਹੀਂ ਕਰਦਾ, ਕਿਵੇਂ ਠੀਕ ਹੋ ਜਾਏਗਾ? ਜਿਹੜੀ ਇੱਕ ਸਤਵੰਤੀ ਹੈ ਉਹਦਾ ਮਾਲਕ ਉਹ 'ਤੇ ਪ੍ਰਸੰਨ ਹੈ ਤੇ ਉਹਨੂੰ ਕੋ ਪੁੱਛਦੀ ਨਹੀਂ ਤੇਰਾ ਮਾਲਕ ਤੇਰੇ 'ਤੇ ਬੜਾ ਪ੍ਰਸੰਨ ਹੈ, ਇਹਦਾ ਕੀ ਕਾਰਨ ਹੈ? ਉਹ ਗ੍ਰਹਿਣ ਦੱਸਦੀ ਹੈ, ਉਹ ਕਰਦੀ ਨਹੀਂ ਤੇ ਮਾਲਕ ਕਿਵੇਂ ਪ੍ਰਸੰਨ ਹੋਵੇ ਸਾਧ ਸੰਗਤ 'ਚ। ਕਹਿੰਦੇ ਨੇ ਗਾਏ ਸੁਣੈ ਆਂਖੈ ਮੀਚੈ ਪਾਈਆ ਨਾ ਪਰਮ ਪਦ। ਆਹ ਬੜੇ ਬੜੇ ਰਾਗੀ ਬਣੇ ਫਿਰਨੇ ਆ ਸਾਧ ਸੰਗਤ 'ਚ। ਇੰਨੇ 'ਚ ਮਾਣ ਕਰਦੇ ਹੋ ਪਏ ਗੁਰੂ ਦੇ ਪਿਆਰੇ। ਇਹਦੀ ਮੈਂ ਗੱਲ ਕਰ ਹੀ ਲਵਾਂ ਸਾਧ ਸੰਗਤ 'ਚ। ਆਪ ਜੀ ਨੇ ਕਿਰਪਾ ਕੀਤੀ ਸ੍ਰੀ ਭੈਣੀ ਸਾਹਿਬ ਤੇ ਮੈਂ ਸੇਵਾ ਕਰਦਾ ਸਾਂ ਪੈ ਸਾਧ ਸੰਗਤ ਦੀ। ਗੱਲ ਬਣਾਈ ਨਹੀਂ ਸੀ ਸਾਧ ਸੰਗਤ 'ਚ। ਇਹ ਜਿਹੜੀ ਨੇ ਪਤਾ ਨਹੀਂ ਭਗਵਾਨ ਕੀ ਕਿਰਪਾ ਕਰ ਦਿੰਦਾ। ਇਹ ਅਸੀਂ ਇੱਥੋਂ ਉਤਰ ਗਏ ਨਾ, ਸਾਡਾ ਜ਼ੀਰੋ ਮੁੱਲ ਹੈ ਸਾਧ ਸੰਗਤ 'ਚ। ਇਹ ਵੀ ਨਾ ਗੱਲ ਜੇ ਗੁਰੂ ਦੇ, ਮੈਂ ਆਪਣੀ ਆਤਮਾ ਦੀ ਗੱਲ ਕਰਨਾ ਪਿਆ, ਜ਼ੀਰੋ ਹੈ ਸਾਧ ਸੰਗਤ 'ਚ। ਸੇਵਾ ਕਰਦਿਆਂ ਨਾ ਭੀਜਾ ਰਾਗੀ ਨਾਦੀ ਵੇਦ, ਨਾ ਭੀਜਾ ਸੁਰਤੀ ਗਿਆਨੀ ਜੋਗ, ਨਾ ਭੀਜਾ ਸੋਗੀ ਕੀਤਾ ਰੋਜ਼, ਨਾ ਭੀਜਾ ਦਾਤੀ ਕੀਤਾ ਪੁੰਨ, ਨਾ ਭੀਜਾ ਬਾਹਰ ਬੈਠਿਆ ਸੁਨ, ਨਾ ਭੀਜਾ ਫਿਰ ਮੜਾ ਪਿੜ ਸੂਰ, ਨਾ ਭੀਜਾ ਹੋਵੇ ਕੇਤੇ ਧੂੜ, ਲੇਖਾ ਲਿਖਿਆ ਮਨ ਕਹਿ ਪਾਏ ਤੇ ਨਾਨਕ ਭੀਜਾ ਸਾਚਾ ਨਾਏ। ਤੇ ਮੈਂ ਅਰਥ ਕਰ ਦਿੱਤਾ ਸਾਧ ਸੰਗਤ 'ਚ। ਭਾਵ ਇੱਕ ਮੈਨੂੰ ਡਾਂਗਾ ਆਉਣਾ ਪਈਆਂ, ਕਹਿਣਗੇ ਤੂੰ ਮਾਫੀ ਨਹੀਂ ਕਿਸ ਨੂੰ ਕਰਦਾ। ਮੈਂ ਕਿਹਾ ਇਹ ਤੇ ਗੁਰਬਾਣੀ ਦਾ ਉਪਦੇਸ਼ ਹੈ, ਸਤਿਗੁਰਾਂ ਦਾ ਉਪਦੇਸ਼ ਹੈ, ਮੈਨੂੰ ਕੀ ਜਾਂਦੇ ਹੋ ਪਏ? ਕਿਉਂਕਿ ਸਾਡੇ ਅੰਦਰ ਗੱਲ ਵੜ ਕੇ ਪਤਾ ਜੇ ਅਰਥ ਕੀ ਸੁਣਦੇ ਕੀ ਆ। ਜਦੋਂ ਤੁਸੀਂ ਸ੍ਰੀ ਭੈਣੀ ਸਾਹਿਬ ਜਾਂਦੇ ਹੋ, ਕੋਈ ਐਸਾ ਦਿਨ ਹੋਵੇਗਾ ਜਿਹੜਾ ਕਿ ਆਸਾ ਦੀ ਵਾਰ 'ਚ ਨਹੀਂ ਪੜਿਆ ਜਾਂਦਾ ਸਾਧ ਸੰਗਤ 'ਚ। ਕੋਈ ਦਿਨ ਹੋਵੇਗਾ ਰਾਗੀ ਸੱਚੇ ਪਾਤਸ਼ਾਹ ਜੀ ਬਾਰ-ਬਾਰ ਇਹਦਾ ਰਟਨ ਕਰਾਉਂਦੇ ਨੇ ਤੇ ਕਰਦੇ ਨੇ। ਭਾਵ ਰਾਗੀ ਨੂੰ ਪੜ੍ਹਦੇ ਨੇ, ਕਹਿੰਦੇ ਨੇ ਨਾ ਭੀਜਾ ਰਾਗੀ ਨਾਦੀ ਵੇਦ। ਭੀਜਾ ਨਾਲ ਪ੍ਰਸੰਨ ਹੁੰਦਾ ਸਾਧ ਸੰਗਤ 'ਚ। ਉਹ ਜਿਹੜਾ ਪ੍ਰਸੰਨ ਹੈ ਨਾ ਰਾਗਾਂ ਦੇ ਨਾਲ ਨਹੀਂ ਹੋਣਾ। ਗੁਰਬਾਣੀ ਜੀ ਸਾਧ ਸੰਗਤ ਜੀ, ਮੈਨੂੰ ਮੈਂ ਭੁੱਲਦਾ ਨਾ ਹੋਇਆ ਤੇ ਫਿਰ 1281 ਪੰਨਾ ਹੋਵੇਗਾ ਸਾਧ ਸੰਗਤ 'ਚ। ਪੜ੍ਹ ਲਓ ਜਿੱਥੋਂ ਗੁਰੂ ਦੇ ਪਿਆਰੇ। ਸਾਰੰਗ ਦੀ ਵਾਰ ਹੈ ਸਾਧ ਸੰਗਤ 'ਚ। ਪੰਨਾ ਹੋ ਸਕਦਾ ਪਿੱਛੇ ਹੋਵੇ, ਸਾਰੰਗ ਦੀ ਵਾਰ ਵਿੱਚ ਹੈ। ਨਾ ਭੀਜਾ ਰਾਗੀ ਨਾਦੀ ਵੇਦ, ਉਹ ਇਹਦਾ ਭਗਵਾਨ ਹੈ ਰਾਗਾਂ ਦੇ ਨਾਲ ਵੇਦਾਂ ਦੇ ਨਾਲ ਨਹੀਂ ਪ੍ਰਸੰਨ ਹੋਣਾ। ਨਾ ਭੀਜਾ ਰਾਗੀ ਨਾਦੀ ਵੇਦ, ਸ਼ਬਦ ਪੜ੍ਹਨਾ ਪ੍ਰਸੰਨ ਨਹੀਂ ਹੋਣਾ। ਨਾ ਭੀਜਾ ਸੋਗੀ ਕੀਤਾ ਰੋਜ਼, ਜਿਹੜਾ ਉਦਾਸ ਹੋ ਜਾ ਕੇ ਸ਼ਮਸ਼ਾਨ ਪੁੰਜ ਜਾ ਕੇ ਬਹਿ ਜਾਣਾ, ਭਗਵਾਨ ਨਹੀਂ ਪ੍ਰਸੰਨ ਹੋਣਾ। ਨਾ ਸੋਗੀ ਕੀਤਾ ਰੋਜ਼, ਕੋਈ ਸੋਗ ਦੇ ਨਾਲ ਜਾ ਕੇ ਇਕਾਂਤ ਜਾ ਕੇ ਬਹਿ ਜਾਂਦੇ ਨੇ, ਭਗਵਾਨ ਨਹੀਂ ਪ੍ਰਸੰਨ ਹੋਣਾ। ਨਾ ਰੂਪੀ ਮਾਲੀ ਰੰਗ, ਨਾ ਉਹ ਰੂਪ ਦੇ ਨਾਲ ਨਾ ਸੁੰਦਰਤਾ ਦੇ ਨਾਲ ਨਹੀਂ ਪ੍ਰਸੰਨ ਹੋਣਾ। ਨਾ ਬਾਹਰ ਬੈਠਿਆ ਨੰਗ, ਜਾ ਕੇ ਬਾਹਰ ਜਾ ਕੇ ਨੰਗੇ ਜਾ ਕੇ ਬਸਤਰ ਉਤਾਰ ਕੇ ਭਾਵ ਇਹ ਬੇਪਰਦ ਹੋ ਕੇ ਜਾ ਕੇ ਬਹਿ ਜਾਣਾ। ਬੜੇ ਬੜੇ ਸਾਧੂ ਨਗਨ ਨੇ ਸਾਧ ਸੰਗਤ 'ਚ, ਕਹਿੰਦੇ ਨੇ ਭਗਵਾਨ ਨੇ ਪ੍ਰਸੰਨ ਨਹੀਂ ਹੋਣਾ। ਨਾ ਦਾਤੀ ਕੀਤਾ ਪੁੰਨ, ਦਾਨ ਕਰਨ ਦੇ ਨਾਲ ਪੁੰਨ ਕਰਨ ਦੇ ਨਾਲ ਬਾਹਰ ਜਾ ਕੇ ਸੁਣ ਬਹਿਣ ਦੇ ਨਾਲ ਕਦੇ ਭਗਵਾਨ ਨੇ ਪ੍ਰਸੰਨ ਨਹੀਂ ਹੋਣਾ ਸਾਧ ਸੰਗਤ 'ਚ। ਕਮਾਲ ਹੋ ਗਈ ਹੈ। ਹੋਰ ਕਿਹੜਾ ਸਾਧਨ ਜੇ ਦੱਸਿਓ ਜੀ। ਨਾ ਪਿੜ ਮੜਾ ਪਿੜ ਸੂਰ, ਮੈਦਾਨੇ ਜੰਗ ਦੇ ਵਿੱਚ ਕੁਰਬਾਨੀ ਦੇ ਦੇਣੀ ਕਿੰਨੇ ਕੁ ਗੱਲ ਜੇ। ਨਾ ਹੋਵੇ ਕੇਤੇ ਧੂੜ। ਸਜਣੋ ਗੁਰਬਾਣੀ ਨੂੰ ਪੜ੍ਹੋਗੇ ਪਤਾ ਫੇਰ ਲੱਗਦਾ। ਅਸੀਂ ਪੜ੍ਹਦੇ ਨਹੀਂ ਸ਼ੁਰੂ ਕਰ, ਜੇ ਪੜ੍ਹਦੇ ਹਾਂ ਤਾਂ ਵਿਚਾਰ ਨਹੀਂ ਕਰਦੇ। ਕੀ ਬਣੇਗਾ ਸਾਡਾ ਸਾਧ ਸੰਗਤ 'ਚ? ਕੀ ਹੋਵੇਗਾ? ਇੱਕ ਐਸੇ ਮਾਈ ਭਾਈ ਨੇ ਆਪਣੇ ਘਰ ਤੋਂ ਹੀ ਨਾ
ਆਪਣੇ ਧਾਰਮਿਕ ਸਥਾਨ 'ਤੇ ਨੰਗੇ ਪੈਰੀਂ ਜਾਣ ਲੱਗ ਪੈਂਦੇ ਨੇ ਸਾਧ ਸੰਗਤ 'ਚ। ਬੜੇ ਜਾਂਦੇ ਜਿਸ ਤਰ੍ਹਾਂ ਨੰਗੇ ਪੈਰੀਂ। ਇਹਨੂੰ ਮਾਨਤਾ ਇਸ ਗੱਲ ਨੂੰ, ਕੋਈ ਛੋਟੇ ਤੱਪ ਤੇ ਨਹੀਂ ਸਾਧ ਸੰਗਤ ਜੀ। ਹੁਣ ਤੁਸੀਂ ਐਡੀ ਦੂਰੋਂ ਆਉਂਦੇ ਹੋ, ਗੱਡੀਆਂ ਚੜ੍ਹ ਕੇ ਆਉਂਦੇ ਤਾਂ ਕੋਈ ਤੁਰਦਾ ਹੀ ਜਾਵੇ। ਸਾਡੇ ਕੋਲ ਨੈਣਾ ਦੇਵੀ ਹੈ, ਉੱਥੋਂ ਦੇ ਲੋਕ ਨਾ ਤੁਰ ਕੇ ਜਾਂਦੇ ਨੇ। ਫਿਰ ਇਹ ਵੀ ਗੱਲ ਜੇ ਕਈ ਸਾਡੇ ਕੋਲੋਂ ਦੀ ਲੰਘਦੇ ਨੇ, ਸਾਡੇ ਘਰਾਂ ਦੇ ਪਿੰਡਾਂ ਦੇ ਵਿੱਚੋਂ ਦੀ, ਉਹ ਲੰਮੇ ਪੈ ਜਾਂਦੇ ਨੇ, ਫਿਰ ਖਲੋ ਜਾਂਦੇ ਨੇ, ਫਿਰ ਲੰਮੇ ਪੈ ਜਾਂਦੇ ਨੇ, ਫਿਰ ਖਲੋ ਜਾਂਦੇ ਨੇ, ਡਨੌਤਾਂ ਕਰਦੇ ਜਾਂਦੇ ਨੇ ਸਾਧ ਸੰਗਤ 'ਚ। ਜਦੋਂ ਨੈਣਾ ਦੇਵੀ ਜਾਂਦੇ ਨੇ ਗੁਰੂ ਦੇ ਪਿਆਰੇ, ਇਹ ਵੀ ਵੇਖੇ ਜੇ ਸਾਧ ਸੰਗਤ 'ਚ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਕਾਹੂ ਵੀ ਕਰੇ ਮਨੁੱਖ, ਕਹਿੰਦੇ ਨੇ ਲੇਖਾ ਲਿਖੀਆ ਮਨ ਕੈ ਭਾਏ ਤੇ ਨਾਨਕ ਭੀਜਾ ਸਾਚਾ ਨਾਏ ਸਾਧ ਸੰਗਤ 'ਚ। ਭਗਵਾਨ ਇਹਨਾਂ ਨੇ ਗੱਲਾਂ ਦਾ ਪਸੰਦ ਨਹੀਂ ਹੋਣਾ ਜਿਹਨੂੰ ਅਸੀਂ ਮਾਨਤਾ ਦਿੰਦੇ ਹਾਂ ਭਾਈ ਸਾਧ ਸੰਗਤ 'ਚ। ਇੱਥੇ ਨਹੀਂ ਕਹਿੰਦੇ ਨੇ ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਕੋਈ ਢੰਗ ਨੇ ਘਿਨਾਵਣੇ ਕਹਿੰਦੇ ਨੇ ਤਰਲੇ ਕਰਨ ਨਾਲ ਸਾਧ ਸੰਗਤ 'ਚ। ਤੇ ਅਰਦਾਸ ਤਰਲਾ ਹੀ ਨਾ ਸਾਡਾ ਇੱਕ, ਉਹ ਨਹੀਂ ਭਗਵਾਨ ਇਹਦੇ ਨਾਲ ਪ੍ਰਸੰਨ ਹੁੰਦਾ। ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਇਹਨਾਂ ਵੇਦਾਂ ਨੂੰ ਪੜ੍ਹਨ ਤੋਂ ਵਸ ਨਹੀਂ ਹੁੰਦਾ। ਨਾ ਤੂੰ ਆਵੇਂ ਵਸ ਤੀਰਥ ਨਹਾਈ ਹੈ, ਇਹਨਾਂ ਤੀਰਥਾਂ ਦਾ ਨਹਾਉਣਾ ਵਸ ਨਹੀਂ ਹੁੰਦਾ। ਨਾ ਤੂੰ ਆਵੇਂ ਵਸ ਧਰਤੀ ਧਾਈ ਹੈ, ਯਾਤਰਾ ਕਰਨੀ ਸੰਸਾਰ ਦੀ ਤੀਰਥਾਂ ਅਸਥਾਨਾਂ ਦੀ, ਤੂੰ ਨਹੀਂ ਵਸ ਹੁੰਦਾ। ਨਾ ਤੂੰ ਆਵੇਂ ਵਸ ਬਹੁਤ ਸਿਆਣਪ ਹੈ, ਚਾਤਰਤਾਈ ਦੇ ਨਾਲ ਹੁਸ਼ਿਆਰ ਤੋਂ ਪਸੰਦ ਨਹੀਂ ਹੁੰਦਾ। ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ ਨਾਲ ਵਸ ਨਹੀਂ ਹੁੰਦਾ ਸਾਧ ਸੰਗਤ 'ਚ। ਕਿਵੇਂ ਗੱਲ ਬਣੀ ਫਿਰ ਗੁਰੂ ਦੇ ਪਿਆਰਿਓ? ਕਹਿੰਦੇ ਨਾ ਰਾਗ ਦੇ ਨਾਲ, ਨਾ ਸ਼ਬਦਾਂ ਦੇ ਨਾਲ, ਨਾ ਬਾਣੀ ਦੇ ਨਾਲ, ਨਾ ਰੂਪਮਾਲ ਦੇ ਨਾਲ, ਨਾ ਕਥਾ ਕੀਰਤਨ ਦੇ ਨਾਲ, ਨਾ ਦਾਨ ਪੁੰਨ ਦੇ ਨਾਲ, ਨਾ ਤੀਰਥ ਯਾਤਰਾ ਦੇ ਨਾਲ ਕਿਵੇਂ ਪ੍ਰਸੰਨ ਹੋਵੇਗਾ? ਇਹਦੀ ਮੈਂ ਡੂੰਘਾਈ ਤੱਕ ਤੇ ਨਹੀਂ ਜਾਣਾ, ਥੋੜ੍ਹਾ ਮੈਂ ਅਰਜ਼ ਕਰਾਂਗਾ ਤੁਹਾਨੂੰ ਸਾਧ ਸੰਗਤ 'ਚ। ਇਹ ਹੁਣ ਸਾਨੂੰ ਸਾਰਿਆਂ ਨੂੰ ਸਤਸੰਗੀ ਕਹਿੰਦੇ ਨੇ ਪਏ ਸਾਧ ਸੰਗਤ 'ਚ। ਗੁਰਬਾਣੀ ਦਾ ਵਾਕ ਜੇ, ਮੇਰੀ ਗੱਲ ਨਹੀਂ ਜੇ, ਮੈਂ ਤੁਹਾਨੂੰ 5 ਸਫ਼ਾ ਦੱਸ ਦਿੱਤਾ ਹੈ। ਲੇਖਾ ਲਿਖਿਆ ਮਨ ਕੈ ਭਾਏ। ਇੱਥੇ ਸਾਸੰਗ ਬੈਠੇ ਨਾ ਆਪਾਂ ਸਾਰੇ, ਹੁਣ ਆਪਾਂ ਕੀ ਸਿਧਾਉਂਦੇ ਹਾਂ ਪਏ? ਆਪਾਂ ਸਤਸੰਗੀ ਬੈਠੇ ਹਾਂ ਸਾਧ ਸੰਗਤ 'ਚ। ਮੈਨੂੰ ਤੁਸੀਂ ਕੀ ਆਂਦੇ ਹੋ? ਇਹ ਜੀ ਗੁਰੂ ਦਾ ਜਸ ਕਥਾ ਕਰਦਾ ਪਿਆ ਸਾਧ ਸੰਗਤ 'ਚ, ਇਹ ਆਖਣਾ ਜੇ ਨਾ। ਤੇ ਗੁਰਬਾਣੀ ਕੀ ਆਂਦੀ ਹੈ ਪਈ? ਜੇ ਤੁਸੀਂ ਸਾਸੰਗ 'ਚ ਬੈਠੇ ਹੋ, ਤੁਹਾਡਾ ਮਨ, ਤੁਹਾਡਾ ਵਿਚਾਰ, ਤੁਹਾਡਾ ਹਿਰਦਾ ਖਰਾਬ ਹੋ ਗਿਆ। ਬਹੁਤ ਧਿਆਨ ਦਿਓ ਜੋ ਮੇਰੀ ਗੱਲ ਦਾ, ਇਹ ਕਾਢਾਂ ਨੇ ਸਭ, ਇਹ ਐਵੇਂ ਨਹੀਂ ਗੱਲਾਂ ਮਿਲਦੀਆਂ ਸਾਧ ਸੰਗਤ 'ਚ। ਤੁਹਾਡਾ ਮਨ ਇੱਥੇ ਖਰਾਬ ਹੋ ਗਿਆ। ਦਰਗਾਹ 'ਚ ਚੋਰ ਲਿਖਿਆ ਜਾਣਾ, ਯਾਰ ਬੈਠਾ ਸਾਧ ਸੰਗਤ। ਤੁਸੀਂ ਸਤਸੰਗੀ ਆਖੀ ਜਾਓ, ਬੇਸ਼ੱਕ ਭਾਵੇਂ ਤੁਸੀਂ ਆਖੀ ਜਾਓ ਅਸੀਂ ਸਤਸੰਗੀ ਹਾਂ। ਕੋਈ ਰਾਗ ਕਰਦਾ ਪਿਆ, ਉਹ ਰਾਗ ਕਰਦਾ ਉਹਦਾ ਮਨ ਖਰਾਬ ਹੋ ਗਿਆ। ਕੋਈ ਮਹਾਰਾਜ ਜੀ ਤਾਬਿਆਂ 'ਤੇ ਬੈਠਾ ਹੈ, ਬਾਣੀ ਪੜ੍ਹਦਾ ਪਿਆ, ਸੁਖਮਨੀ ਸਾਹਿਬ ਪੜ੍ਹਦਾ ਪਿਆ, ਸਾਧੀਵਾਰ ਕਾ ਪੜ੍ਹਦਾ ਪਿਆ, ਮਨ ਉੱਥੇ ਖਰਾਬ ਹੋ ਗਿਆ। ਗੁਰਬਾਣੀ ਦੇ ਵਿੱਚ ਤੁਸੀਂ ਆਖਣਾ ਵੀ ਸੰਤ ਪਾਠ ਕਰਦੇ ਨੇ ਪਏ, ਦਰਗਾਹ ਨੇ ਕੀ ਆਖਣਾ? ਯਾਰ ਹੈ, ਚੋਰ ਹੈ ਸਾਧ ਸੰਗਤ 'ਚ। ਕਰ ਲਓ ਸਾਧ ਸੰਗਤ 'ਚ। ਇਹ ਮੇਰਾ ਨਹੀਂ ਜੀ ਗੱਲ, ਤੁਹਾਨੂੰ ਸੁਣਾਤੀ ਗੱਲ ਸਾਧ ਸੰਗਤ 'ਚ। ਬੜੇ ਬੰਦੇ ਜੇ ਰਾਗ ਕਰਦੇ ਅੱਖ ਲੜਾ ਕੇ ਤੇ ਤਿੱਤਰ ਹੋ ਜਾਂਦੇ ਨੇ ਸਾਧ ਸੰਗਤ ਜੀ। ਬੜੇ ਬੰਦੇ ਜੀ ਸੰਸਾਰ ਦੇ ਵਿੱਚ, ਪ੍ਰਮਾਣ ਨੇ ਸਾਡੇ ਕੋਲ ਬੜੇ। ਸੰਗਤ 'ਚ ਬੈਠੇ ਹੁੰਦੇ ਨੇ, ਮਨ ਕਿਤੇ ਹੁੰਦਾ, ਨਿਗਾਹ ਕਿਤੇ ਹੁੰਦੀ ਹੈ ਸਾਧ ਸੰਗਤ 'ਚ। ਯਾਰ ਹੈ ਉਹ। ਤੁਸੀਂ ਆਖੋ ਸਤਸੰਗਤ, ਤੁਸੀਂ ਆਖੋ ਜਾਂ ਅਸੀਂ ਸਤਸੰਗੀ ਹਾਂ, ਤੁਸੀਂ ਆਖੇ ਜਾਓ। ਕਹਿੰਦੇ ਲੇਖਾ ਲਿਖਿਆ ਮਨ ਕਹਿ ਪਾਏ। ਕੋਈ ਘਰੋਂ ਚੱਲ ਪਿਆ, ਨੰਗੇ ਪੈਰੀਂ ਚੱਲ ਪਿਆ, ਜਾਂਦਾ ਪਿਆ, ਜਾਂਦਿਆਂ ਕਿੰਨਾ ਕੁ ਵੱਡਾ ਤਾਪ ਹੈ, ਕਿੰਨੀ ਕੁ ਵੱਡੀ ਸੇਵਾ ਹੈ, ਕਿੰਨੀ ਕੁ ਵੱਡੀ ਸਰਦ ਹੈ, ਕਿੰਨਾ ਕੁ ਵੱਡਾ ਪਿਆਰ ਹੈ। ਜਾਂਦਿਆਂ ਮਨ ਖਰਾਬ ਹੋ ਗਿਆ ਸਾਧ ਸੰਗਤ 'ਚ। ਧੀ ਭੈਣ ਮਾਈ ਭਾਈ ਦਾ ਮਨ ਖਰਾਬ ਹੋ ਗਿਆ ਹੈ। ਉਹ ਜਾਂਦਾ ਪਿਆ ਗੁਰਦੁਆਰੇ ਨੂੰ ਤੇ ਆਖਣਾ ਯਾਰ ਜਾਂਦਾ ਪਿਆ ਸਾਧ ਸੰਗਤ 'ਚ। ਜਿੱਥੇ ਭਗਤ ਲਿਖਣਾ ਨਾ, ਉੱਥੇ ਯਾਰ ਲਿਖਿਆ ਜਾਣਾ ਸਾਧ ਸੰਗਤ 'ਚ। ਲੇਖਾ ਲਿਖਿਆ ਮਨ ਕਹਿ ਪਾਏ, ਜੋ ਮਨ ਦੇ ਵਿੱਚ ਸਾਧ ਸੰਗਤ 'ਚ। ਇਸ ਵਾਸਤੇ ਪ੍ਰਾਰਥਨਾ ਕਰਦਾ ਪਿਆ, ਇਹ ਨਾ ਪੜ੍ਹਨੇ ਆ, ਇਹ ਨਾ ਸੁਣਨੇ ਆ, ਤੇ ਮੇਰਾ ਚਿੱਤ ਕਰਦਾ ਪਈ ਇਹਨੂੰ ਪੱਕਿਆਂ ਕਰੋ ਸਾਧ ਸੰਗਤ 'ਚ। ਸਤਿਗੁਰਾਂ ਦੇ ਬਚਨ ਨੂੰ ਪੱਕਿਆਂ ਕਰੋ। 4 ਤੋਂ 6 ਨਹੀਂ ਆਪਾਂ ਅੱਜ ਆ ਸਕਦੇ ਸਾਧ ਸੰਗਤ 'ਚ। ਪਿਆਰ ਨਾਲ ਕੰਮ ਕਰੀਏ ਆਪਾਂ। ਸਤਿਗੁਰਾਂ ਹੁਕਮ ਲਓ ਨਾ, ਕੋਈ ਹੁਕਮ ਲੈ ਲਓ ਪਿਆਰ ਨਾਲ। ਉਹ ਵੀ ਤਾਂ ਲੋਕ ਜਿਹੜੇ ਗੁਰਦੁਆਰਾ ਵਹੀਰਾਂ ਕੱਤੀ ਰੱਖਦੇ ਨੇ, 8 ਪੈਰ ਵੀ ਨਹੀਂ ਆਪਾਂ ਕਰ ਸਕਦੇ। ਇਸਲਾਮ ਤੁਹਾਨੂੰ 5 ਵਾਰੀ ਨਮਾਜ਼ਾਂ ਪੜ੍ਹਦਾ ਦਿਹਾੜੇ 'ਚ ਸਾਧ ਸੰਗਤ 'ਚ, 5 ਵਾਰੀ ਨਮਾਜ਼ ਪੜ੍ਹਦਾ ਹੈ। ਸਾਰੇ ਸਾਡੇ ਸਟੇਟ ਸੈਕਟਰੀ ਕੀ, ਸੂਬਾ ਜੀ ਕੀ, ਹੋਰ ਜੀ ਸਾਰੇ ਮਿੰਨਤਾਂ ਕਰਨੇ ਵੀ ਆਇਆ ਕਰੋ। ਬਸੰਤ ਪੰਚਮੀ ਦਿਨ ਵੀ ਆਪਾਂ ਕੋਈ ਨਹੀਂ ਆਏ। ਕਿੰਨਾ ਕੁ ਪਿਆਰ ਹੈ ਸਾਡੇ 'ਚ ਸਾਧ ਸੰਗਤ 'ਚ। ਕਹਿੰਦੇ ਨੇ ਗਾਏ ਸੁਣੇ ਆਂਖਾਂ ਮੀਚਾਂ ਪਾਈਆ ਨਾ ਪਰਮ ਪਦ। ਅੱਖਾਂ ਮੀਟ ਕੇ ਬਹਿ ਰਹਿਣਾ, ਗਾਈ ਜਾਣਾ। ਮੈਂ ਨਹੀਂ ਕਹਿੰਦਾ ਭਾਈ ਗੁਰਦਾਸ ਨੂੰ ਫੜੋ ਜਾ ਕੇ, ਉੱਧਰ ਜਾ ਕੇ ਗੁਰੂ ਨਾਨਕ ਨੂੰ ਆਖੋ ਜਾ ਕੇ, ਉਹਨੂੰ ਫੜੋ ਜਾ ਕੇ ਕੀ ਆਂਦਾ ਜੇ ਪਿਆ। ਕਹਿੰਦਾ ਗਾਏ ਸੁਣੇ ਆਖਾਂ ਮੀਚਾ, ਸੁਣੀ ਜੋ ਜਿੰਨਾ ਮਰਜ਼ੀ ਸੁਣੀ ਜਾਓ, ਨਹੀਂ ਪਾਉਂਦੇ ਜਿਹਨੇ ਗੁਰਪਤ ਸਿਖਾ ਜੋ ਹਿਰਦਾ ਨਾ ਵਸਾਈਆ ਸਾਧ ਸੰਗਤ 'ਚ।
ਜਿੰਨਾ ਚਿਰ ਸਤਿਗੁਰੂ ਦਾ ਉਪਦੇਸ਼ ਆਪਾਂ ਆਪਣੇ ਹਿਰਦੇ 'ਚ ਨਹੀਂ ਵਸਾਉਂਦੇ, ਇਹ ਗਾਉਣ ਦੇ ਨਾਲ, ਅੱਖਾਂ ਮੀਟਣ ਦੇ ਨਾਲ, ਸੁਣਨ ਦੇ ਨਾਲ, ਭਾਈ ਗੁਰਦਾਸ ਕਹਿੰਦਾ ਪਿਆ ਨਹੀਂ ਪ੍ਰਾਪਤੀ ਹੋਣੀ ਸਾਧ ਸੰਗਤ 'ਚ। ਮਾਰਗ ਇਹੀ ਹੈ। ਇਹ ਵੀ ਧਿਆਨ ਦੇਣਾ ਜੀ ਗੱਲ ਦਾ ਨਹੀਂ। ਜੇ ਬੱਚਾ ਸਕੂਲੇ ਨਾ ਜਾਵੇਗਾ ਤੇ ਕਿਵੇਂ ਡਿਗਰੀਆਂ ਪ੍ਰਾਪਤ ਕਰੇਗਾ? ਉਹ ABC ਪੜ੍ਹੇਗਾ ਤੇ MA ਤੱਕ ਜਾਏਗਾ ਨਾ। ਜੇ ਸਕੂਲ ਹੀ ਨਾ ਜਾਏਗਾ ਤੇ ਕਿੱਥੋਂ ਤੱਕ ਪੜ੍ਹਨਾ? ਸਾਧ ਸੰਗਤ ਜੀ ਆਪਾਂ ਸਾਸੰਗ ਚਾਹੇਗਾ, ਰਸਤਾ ਮਾਰਗ ਇਹੀ ਹੈ। ਹੁਣ ਇਸੇ ਤਰ੍ਹਾਂ ਕਰਦੇ ਰਹਿਣਾ ਜੇ ਸਾਧ ਸੰਗਤ, ਗਾਣੀ ਤੁਰਨਾ ਗੁਰੂ ਦੇ ਪਿਆਰੇ। ਇਸ ਵਾਸਤੇ ਤੁਹਾਡੇ ਸਾਰੇ ਸੱਜਣਾਂ ਦੇ ਚਰਨਾਂ 'ਚ ਬੇਨਤੀ ਹੈ, ਚਲੋ ਜੇ ਤੁਹਾਡੀ ਮਰਜ਼ੀ ਹੋਵੇਗੀ, ਸਵਾਦ ਆਵੇਗਾ, ਰਸ ਆਵੇਗਾ ਤਾਂ ਕਰ ਲਿਓ। ਸਤਿਗੁਰੂ ਰਾਮ ਸਿੰਘ ਦੇ ਆਗਮਨ ਤੱਕ ਨਹੀਂ ਤੁਸੀਂ ਆ ਸਕਦੇ ਸਾਧ ਸੰਗਤ 'ਚ। ਜਿਹੜਾ ਤੁਸੀਂ ਹੁਣ ਹਜ਼ਾਰਾਂ ਰੁਪਏ ਤੋਂ ਖਰਚ ਕਰ ਦੇਣੇ ਨੇ, ਤੁਸੀਂ ਕਰਦੇ ਹੋ ਪਏ, ਕਰਨੇ ਨੇ, ਤੁਸੀਂ ਲੱਖਾਂ ਖਰਚ ਕਰਨੇ ਨੇ, ਤੇ ਸੱਜਣੋ ਕਿਹਦੇ ਵਾਸਤੇ ਕਰਨੇ ਜੇ? ਪਤਾ ਲੱਗੇ ਨਾ ਇਸ ਗੱਲ ਦਾ। ਆਪਣੇ ਜੀਵਨ ਉੱਚਾ ਕਰਨ ਵਾਸਤੇ ਕਿ ਲੋਕਾਂ ਨੂੰ ਵਿਖਾਵੇ ਵਾਸਤੇ, ਪਖੰਡ ਵਾਸਤੇ ਕਰਨੇ ਜੇ ਸਾਧ ਸੰਗਤ 'ਚ? ਅਸੀਂ ਦਿਨ ਮਨਾਉਂਦੇ ਹਾਂ ਪਏ ਗੁਰੂ ਦੇ ਪਿਆਰੇ। ਆਪਣਾ ਜੀਵਨ ਉੱਚਾ ਬਣਾਈਏ ਸਾਧ ਸੰਗਤ। ਅਸੀਂ ਥੋਥੇ ਹੁੰਦੇ ਜਾਂਦੇ ਹਾਂ ਗੁਰੂ ਦੇ ਪਿਆਰੇ। ਸਿੱਖੀ ਥੋਤੀ ਹੁੰਦੀ ਜਾਂਦੀ ਪਈ ਸਾਧ ਸੰਗਤ 'ਚ। ਇਹਨੂੰ ਮਜ਼ਬੂਤ ਕਰੀਏ ਆਪਾਂ ਗੁਰੂ ਦੇ ਪਿਆਰੇ, ਅਮਲੀ ਜੀਵਨ ਦਈਏ ਸਾਧ ਸੰਗਤ 'ਚ। ਇਸ ਵਾਸਤੇ ਸਤਿਗੁਰ ਕਿਰਪਾ ਕਰੇ, ਅੱਬਲ ਤੇ ਇਹਨੂੰ ਪੱਕਾ ਹੀ ਬਣਾ ਲਓ ਤੁਸੀਂ। ਜੇ ਪੱਕਾ ਨਹੀਂ ਤੇ ਇਹਨੇ ਤੱਕ ਤੇ ਆਪਾਂ ਕਰ ਲਈਏ ਸਾਧ ਸੰਗਤ 'ਚ। ਇੰਨਾ ਕਹਿੰਦਾ ਦਾਸ ਬਖਸ਼ਿਸ਼ ਮੰਗਦਾ। ਕਬੀਰ ਕਹਿੰਦਾ ਸੰਤਨ ਸੰਗ ਕਬੀਰਾ ਬਿਗੜਿਓ ਤੇ ਸੋ ਕਬੀਰ ਰਾਮੈ ਹੋਏ ਨਿਬਰਿਓ ਸਾਧ ਸੰਗਤ ਜੀ। ਉਹ ਮੈਂ ਜਦੋਂ ਦੇ ਲਾ ਕੇ ਸੰਤਾਂ ਦੀ ਸੰਗਤ ਕੀਤੀ ਤਾਂ ਮੈਂ ਵੀ ਵਿਗੜ ਗਿਆ, ਤੇ ਵਿਗੜ ਕੇ ਹੋ ਕੀ ਗਿਆ? ਰਾਮ ਹੀ ਹੋ ਗਿਆ ਸਾਧ ਸੰਗਤ ਜੀ। ਇਸ ਵਾਸਤੇ ਤੁਹਾਡੀ ਸੰਗਤ ਪਾਰਸ ਹੈ ਸਾਧ ਸੰਗਤ ਜੀ। ਤੁਹਾਡਾ ਨਾਮ ਪਾਰਸ ਹੈ, ਤੁਹਾਡੀ ਗੁਰਬਾਣੀ ਪਾਰਸ ਹੈ, ਤੁਹਾਡਾ ਉਪਦੇਸ਼ ਸਤਿਗੁਰਾਂ ਦਾ ਪਾਰਸ ਹੈ। ਜਿਉਂ ਜਿਉਂ ਇਸ ਪਾਰਸ ਨਾਲ ਲੱਗੋਗੇ ਨਾ ਤੁਸੀਂ ਸੋਹਣੇ ਬਣ ਜਾਣਾ ਸਾਧ ਸੰਗਤ ਜੀ। ਇਸ ਵਾਸਤੇ ਆਪਾਂ ਸੋਹਣਾ ਬਣਨ ਦਾ ਯਤਨ ਕਰੀਏ। ਇਹਦੇ ਨਾਲ ਦਾਸ ਬਖਸ਼ਿਸ਼ ਮੰਗਦਾ। ਆਈ ਸਾਸ ਨੂੰ ਜੀਆਂ ਆਖਦਾ, ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ। ਧੰਨ ਸ੍ਰੀ ਸਤਿਗੁਰੂ ਜਗਜੀਤ। हे अच्युत हे पार ब्रह्म अविनाशी अगना, हे पूरन हे सर्व में दुख भंजन गुणता, हे संगी हे निरंकार, हे निर्गुण सबटे, हे गोविंद हे गुण निधान, जाके सदा बुवे, हे अपरंपर हर हरे है पीवन, हे संतां कै सदा संग निधाराया, हे ठाकुर हाँ दास रो मैं निर्गुण गुण नहीं को, नानक दीजै नाम दान राखो हिया पुरो, याही कुल ते प्रगट हो ताही कुल को ना, पुन द्वादश गुरिंद को मेरी है